ਸਤਿ ਸ਼੍ਰੀ ਅਕਾਲ ਦੋਸਤੋ, ਜੈਡ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਹੈਪੀ ਚਹਿਲ। ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਭੈਣੀ ਵਿਖੇ ਪਹੁੰਚੇ ਹਾਂ, ਜਿੱਥੇ ਗੱਲਬਾਤ ਕਰਾਂਗੇ ਗੁਰਪ੍ਰੀਤ ਕੌਰ ਨਾਲ, ਜਿਹੜੀ ਕਿ 2019 ਦੇ ਵਿੱਚ ਧੀ ਪੰਜਾਬ ਦੀ ਬਣ ਚੁੱਕੀ ਹੈ। ਗੁਰਪ੍ਰੀਤ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਗੁਰਪ੍ਰੀਤ, ਇਹ ਜਿਹੜਾ ਸਫ਼ਰ ਹੈ ਤੁਹਾਡਾ ਧੀ ਪੰਜਾਬ ਦੀ, ਇਹਦੇ ਵਿੱਚ ਤੁਸੀਂ ਹੋਰ ਕਿਹੜੇ-ਕਿਹੜੇ ਖਿਤਾਬ ਹੁਣ ਤੱਕ ਹਾਸਲ ਕਰ ਚੁੱਕੇ ਹੋ? ਧੀ ਪੰਜਾਬ ਦੀ ਤੋਂ ਇਲਾਵਾ 2018 ਵਿੱਚ ਮੈਂ ਮਿਸ ਪੀਟੀਸੀ ਪੰਜਾਬੀ ਸੈਮੀ ਫਾਈਨਲਿਸਟ ਰਹੀ ਹਾਂ, 2019 ਵਿੱਚ ਫਾਈਨਲਿਸਟ ਰਹੀ ਹਾਂ ਅਤੇ ਹਰ ਦਿਲ ਅਜ਼ੀਜ਼ ਦਾ ਟੈਗ ਜਿੱਤਿਆ। ਉਸ ਤੋਂ ਇਲਾਵਾ ਹਮਦਰਦ ਮੇਲੇ ਵਿੱਚ ਗਿੱਧਿਆਂ ਦੀ ਰਾਣੀ ਅਤੇ ਗੁਰਦਾਸਪੁਰ 'ਚ ਪੰਜਾਬਣ ਸੁਨੱਖੀ ਮੁਟਿਆਰ ਦਾ ਖਿਤਾਬ ਮੈਂ ਜਿੱਤ ਚੁੱਕੀ ਹਾਂ। ਅੱਛਾ ਜੀ, ਜਿਹੜੇ ਤੁਸੀਂ ਇਹ ਖਿਤਾਬ ਜਿੱਤੇ ਨੇ, ਤੁਹਾਨੂੰ ਇਸ ਇਲਾਕੇ ਵਿੱਚੋਂ ਜਿਹੜੇ ਆਪਣੇ ਪਿੰਡਾਂ ਦੀ ਸੋਚ ਆ, ਉਹਦੇ ਵਿੱਚੋਂ ਕਿਵੇਂ ਨਿਕਲੇ ਤੁਸੀਂ? ਉਹਦੇ ਵਿੱਚੋਂ ਕਿਵੇਂ ਨਿਕਲਣ ਦਾ ਜਾਂ ਮੌਕਾ ਮਿਲਿਆ ਤੁਹਾਨੂੰ? ਮੇਰਾ ਸ਼ੁਰੂ ਤੋਂ ਹੀ ਪੜ੍ਹਾਈ ਵੱਲ ਇੰਟਰਸਟ ਹੈਗਾ, ਪਰ ਘੱਟ ਰਿਹਾ। ਮੈਨੂੰ ਐਵੇਂ ਸੀ ਵੀ ਜਿਹੜਾ ਮੇਰੇ ਮਨ 'ਚ ਆਉਂਦਾ ਮੈਂ ਉਹ ਕੰਮ ਕਰਾਂ। ਅਤੇ ਫਿਰ ਇਹਦਾ ਮੈਨੂੰ ਇਹ ਵੀ ਸੀ, ਸਾਰੇ ਕਹਿੰਦੇ ਸੀਗੇ ਵੀ ਮਾਨਸਾ ਦੇ ਬੈਕਵਰਡ ਹੁੰਦੇ ਨੇ। ਜਦੋਂ ਮੈਂ ਆਡੀਸ਼ਨ ਦਿੱਤੇ ਸੀ ਮਿਸ ਪੀਟੀਸੀ ਦੇ, ਅਤੇ ਸੱਤੀ ਮੈਮ ਨੇ ਮੈਨੂੰ ਪੁੱਛਿਆ ਸੀ ਵੀ ਤੂੰ ਕਿਉਂ ਜਾਣਾ ਚਾਹੁੰਦੀ ਅੱਗੇ ਸਿਲੈਕਟ ਹੋ ਕੇ। ਮੈਂ ਇਹੀ ਕਿਹਾ ਸੀ ਵੀ ਮਾਨਸਾ ਦੇ ਬੈਕਵਰਡ ਨਹੀਂ ਹੁੰਦੇ ਜੀ, ਅਤੇ ਉਹਨਾਂ ਨੇ ਕਿਹਾ ਸੀ ਵੀ ਚੱਲ ਤੈਨੂੰ ਅੱਗੇ ਲੈ ਕੇ ਚੱਲਦੇ ਹਾਂ। ਮੈਂ ਪ੍ਰੂਫ ਹੀ ਕਰਨਾ ਸੀਗਾ ਵੀ ਪਿੰਡਾਂ ਦੀਆਂ ਕੁੜੀਆਂ ਵੀ ਘੱਟ ਨਹੀਂ ਹੁੰਦੀਆਂ ਕਿਸੇ ਤੋਂ। ਤੁਹਾਡੇ ਘਰਦਿਆਂ ਨੇ ਕਿੰਨੀ ਕੁ ਸਪੋਰਟ ਕੀਤੀ ਜਦੋਂ ਤੁਸੀਂ ਪੀਟੀਸੀ ਦੇ ਆਡੀਸ਼ਨ ਲਈ ਗਏ? ਤਾਂ ਕੀ ਮਾਹੌਲ ਸੀਗਾ ਘਰ ਦਾ? ਮਾਹੌਲ ਸੀ, ਮੈਂ ਪੋਚੇ ਲਾਈ ਜਾਂਦੀ ਸੀ ਪਹਿਲੇ ਦਿਨ। ਅੱਛਾ ਜੀ। ਮੈਂ ਟੀਵੀ 'ਤੇ ਸੁਣਿਆ ਵੀ ਮਿਸ ਪੀਟੀਸੀ ਦੇ ਆਡੀਸ਼ਨ ਆਉਣਗੇ। ਮੈਂ ਕਿਹਾ ਵੀ ਜੇ ਮੈਂ ਘਰੇ ਗੱਲ ਕੀਤੀ ਸਿੱਧਾ ਤਾਂ ਮੰਨਣਾ ਨਹੀਂ, ਅਤੇ ਵੀਰਾ ਮੇਰਾ ਸਾਥ ਦਿੰਦਾ ਸ਼ੁਰੂ ਤੋਂ ਹੀ। ਅਤੇ ਮੈਂ ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਵੀ ਕੋਈ ਨਾ ਤੂੰ ਚੰਡੀਗੜ੍ਹ ਚੱਲਦਾ, ਅਤੇ ਮਾਮਾ ਜੀ ਦੀ ਕੁੜੀ ਰਹਿੰਦੀ ਆ ਉੱਥੇ, ਵੀ ਮੈਂ ਘਰੇ ਫੋਨ ਕਰ ਦਿੰਦਾ। ਉਹਨਾਂ ਨੇ ਫਿਰ ਘਰੇ ਫੋਨ ਕੀਤਾ ਅਤੇ ਮੈਨੂੰ ਕੈਂਚੀਆਂ ਤੋਂ ਚੜ੍ਹਾਇਆ ਜਾਂਦਾ। ਅਤੇ ਉਸ ਤੋਂ ਬਾਅਦ ਮੈਂ ਆਡੀਸ਼ਨ ਦੇਣ ਚਲੀ ਗਈ, ਅਤੇ ਮਾਮਾ ਜੀ ਦੀ ਬੇਟੀ ਨਾਲ ਚੱਲ ਗਈ। ਆਡੀਸ਼ਨ 'ਤੇ ਕਾਫੀ ਟਾਈਮ ਲੱਗ ਜਾਂਦਾ, ਅਤੇ ਉਹ ਕਹਿੰਦੇ ਵੀ ਮੈਨੂੰ ਤਾਂ ਘਰੇ ਕੰਮ ਨਹੀਂ, ਉਹ ਛੇਤੀ ਆ ਗਏ। ਅਤੇ ਉਸ ਤੋਂ ਬਾਅਦ ਮੈਂ ਉੱਥੇ ਇਕੱਲੀ ਆਡੀਸ਼ਨ ਦੇਣ, ਅਤੇ ਮੇਰੀ ਸਿਲੈਕਸ਼ਨ ਵੀ ਹੋ ਗਈ। ਅਤੇ ਉਸ ਵਕਤ ਮੇਰੇ ਕੋਲ ਫ਼ੋਨ ਵੀ ਇਹੋ ਜਿਹਾ ਸੀ ਨਾ, ਮਤਲਬ ਵੀ ਇੱਕਦਮ ਬੈਟਰੀ 80% 10 'ਤੇ ਆ ਜਾਂਦੀ ਸੀ, ਅਤੇ ਪੈਸੇ ਵੀ ਹੈ ਨਹੀਂ ਸੀ ਕਿਰਾਏ ਲਈ। ਮੈਨੂੰ ਤਾਂ ਐਸੀ ਮਾਮੇ ਦੀ ਕੁੜੀ ਲੈ ਜੂਗੀ। ਫਿਰ ਮੈਂ ਆਟੋ ਵਾਲੇ ਨੂੰ ਕਿਹਾ ਵੀ ਮੈਂ ਘਰੇ ਤੱਕ ਛੱਡਿਆ ਮੈਨੂੰ, ਵੀ ਮੈਂ ਫਿਰ ਤੈਨੂੰ ਕਿਰਾਇਆ ਘਰੇ ਜਾ ਕੇ ਦੇਵਾਂ। ਮੇਰੇ ਆਹ ਹਾਲਾਤ ਸੀਗੇ। ਮਤਲਬ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਗੁਜ਼ਰੇ ਹੋ, ਤੁਸੀਂ ਦੇਖਿਆ ਜ਼ਿੰਦਗੀ ਕੀ ਹੈ। ਤਾਂ ਇਹ ਚਿੰਨ੍ਹ ਕਿੱਥੋਂ ਲੱਗੀ ਤੁਹਾਨੂੰ? ਅਸਲ ਤੁਸੀਂ ਕੀ ਸੋਚਦੇ ਹੋ ਕਿ ਤੁਹਾਨੂੰ ਇੱਥੋਂ ਆਹ ਚੀਜ਼ ਨੇ ਪ੍ਰਭਾਵਿਤ ਕੀਤਾ ਕਿ ਇੱਧਰ ਹੀ ਜਾਵਾਂ ਮੈਂ? ਮੈਂ ਨਾ ਜ਼ਿਆਦਾਤਰ ਤਾਈ ਵਰਗਿਆਂ ਨੂੰ, ਚਾਚੀ ਵਰਗਿਆਂ ਨੂੰ ਗੱਲਾਂ ਕਰਦੀ ਦੇਖਦੀ ਸੀ ਵੀ ਉਹਨਾਂ ਦੀ ਜ਼ਿੰਦਗੀ 'ਚ ਇੰਨੇ ਦੁੱਖ ਨੇ, ਪਰ ਜਿਹੜੇ ਹਿਸਾਬ ਨਾਲ ਉਹ ਦੁੱਖਾਂ ਦੀਆਂ ਗੱਲਾਂ ਕਰਦੀਆਂ ਨੇ ਨਾ, ਇੰਨਾ ਵਧੀਆ ਲੱਗਦਾ ਸੀ ਜਿਹੜੇ ਹਿਸਾਬ ਨਾਲ ਉਹ ਬੋਲਦੀਆਂ ਸੀਗੀਆਂ। ਉਹਨਾਂ ਦੀ ਜਦੋਂ ਗੱਲਾਂ ਕਰਦੇ, ਮੈਨੂੰ ਉਹਨਾਂ ਦੀ ਐਕਟਿੰਗ ਬਹੁਤ ਪਸੰਦ ਆਉਂਦੀ ਸੀ। ਮੈਨੂੰ ਐਂ ਸੀ ਵੀ ਇਹ ਸਾਰੀ ਜੇ ਮਤਲਬ ਪੀਟੀਸੀ ਵਰਗੇ ਸ਼ੋਅ 'ਚ ਐਕਟਿੰਗ ਕੀਤੀ ਜਾਵੇ, ਮੈਂ ਕਿਹਾ ਉਹਨਾਂ ਲਈ ਬਾਹਲੀ ਖਾਸ ਹੋਊ। ਆਪਣੇ ਲਈ ਇਹ ਆਮ ਗੱਲਾਂ ਹੁੰਦੀਆਂ ਨੇ, ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਵਾਂਗੂ ਬੋਲਣਾ, ਉਹਨਾਂ ਵਾਂਗੂ ਕੱਪੜੇ ਪਾਉਣੇ, ਕਫਾਂ ਵਾਲੀਆਂ ਬਾਹਾਂ, ਅਤੇ ਮੈਨੂੰ ਇੱਥੋਂ ਹੀ ਇਹ ਸਾਰਾ ਸ਼ੌਂਕ ਪੈਦਾ ਹੋਇਆ। ਅੱਛਾ, ਹੁਣ ਮੈਨੂੰ ਲੱਗਦਾ ਕਿ ਤੁਸੀਂ ਮੇਰੇ ਹੁਣ ਜਮਾਤੀ ਵੀ ਹੋ, MA ਥੀਏਟਰ ਕਰ ਰਹੇ ਹਾਂ ਆਪਾਂ ਦੋਵੇਂ। ਤੁਹਾਡੇ 'ਤੇ ਉਹ ਰੋਲ ਜ਼ਿਆਦਾ ਹਾਵੀ ਹੁੰਦਾ ਨਜ਼ਰ ਆਉਂਦਾ ਮੈਨੂੰ। ਕਿਉਂ? ਉਸ ਤੋਂ ਕਿਉਂ ਨਹੀਂ ਤੁਸੀਂ ਹੁਣ ਬਾਹਰ ਕਿਉਂ ਨਹੀਂ ਨਿਕਲ ਰਹੇ? ਮੈਂ ਬਾਹਰ ਨਹੀਂ ਨਿਕਲਣਾ ਚਾਹੁੰਦੀ, ਕਿਉਂਕਿ ਉਹ ਰੀਅਲ ਜ਼ਿੰਦਗੀ ਹੁੰਦੀ ਆ, ਮੈਂ ਦੇਖਦੀ ਰਹਿੰਦੀ ਹਾਂ, ਅਤੇ ਉਹ ਰੋਲ ਮੈਨੂੰ ਅਦਾ ਕਰਨ 'ਚ ਕੋਈ ਮੁਸ਼ਕਿਲ ਨਹੀਂ ਆਉਂਦੀ। ਜਿਹੜੇ ਹੁਣ ਕਲਾਸ 'ਚ ਰੋਲ ਦਿੱਤੇ ਜਾਂਦੇ ਨੇ, ਲਾਈਨ ਨੂੰ ਰੱਟ ਲਓ, ਠੀਕ ਹੈ, ਉਹ ਰੱਟੀ ਹੋਈ ਗੱਲ ਯਾਦ ਨਹੀਂ ਰਹਿੰਦੀ ਮੇਰੇ ਬਹੁਤ ਟਾਈਮ। ਅਤੇ ਉਹ ਮੈਂ ਦੇਖਿਆ ਹੁੰਦਾ ਚਾਚੀ ਤਾਈਆਂ ਵਰਗੇ ਨੂੰ, ਉਹ ਹਾਲਾਤਾਂ 'ਚੋਂ ਲੰਘੀਆਂ ਹੁੰਦੀਆਂ ਨੇ, ਜਿਵੇਂ ਬੈਂਡ ਪਾਉਣੇ, ਅਤੇ ਇਹ ਫਿਰ ਮੇਰੇ ਅੰਦਰ ਹੀ ਨੇ। ਤਾਂ ਮੈਨੂੰ ਜੇ ਕੋਈ ਕਹਿ ਦੇ ਵੀ ਇੰਨੇ ਮਿੰਟ ਦੀ ਸਕਿੱਟ ਕਰ ਦੇ, ਕੋਈ ਵੀ ਥੀਮ ਦੇ ਦੇ, ਮੈਂ ਐਟ ਏ ਟਾਈਮ ਵੀ ਕਰ ਸਕਦੀ ਹਾਂ। ਬਹੁਤ ਵਧੀਆ। ਜਦੋਂ ਤੁਸੀਂ PTC ਦੇ ਵਿੱਚ ਸਿਲੈਕਟ ਹੋ ਗਏ, ਉਦੋਂ ਬਾਅਦ ਘਰਦਿਆਂ ਦਾ ਕੀ ਮਤਲਬ ਰੁਝਾਨ ਸੀਗਾ ਤੁਹਾਡੇ ਤਰਫ? ਘਰੇ ਆ ਕੇ ਦੱਸਿਆ ਵੀ ਉਦੋਂ ਬਾਅਦ ਮੇਰੀ ਸਿਲੈਕਸ਼ਨ ਹੋ ਗਈ, ਹੁਣ ਨੋਇਡਾ ਜਾਣਾ ਪਊ। ਕਹਿੰਦੇ ਤਾਂ ਬੜਾ ਪੰਗਾ ਹੋ ਗਿਆ ਵੀ ਕੌਣ ਜਾਊਗਾ ਨਾਲ, ਵੀਰਾ ਜੋਬ ਕਰਦਾ, ਛੁੱਟੀ ਨਹੀਂ ਮਿਲਦੀ। ਫਿਰ ਮੈਂ ਮਾਮਾ ਜੀ ਦੇ ਬੇਟੇ ਨੂੰ ਪੁੱਛਿਆ, ਮਾਸੀ ਦੇ ਬੇਟੇ ਨੂੰ, ਉਹ ਮੈਨੂੰ ਛੱਡ ਕੇ ਆਏ। ਅਤੇ ਜੇ ਕਈ ਵਾਰੀ ਮਤਲਬ ਲੋੜ ਪੈਂਦੀ ਸੀ, ਮੈਂ ਉਹਦੀ ਮਾਸੀ ਦੀ ਨੂੰਹ ਨੂੰ ਲੈ ਕੇ ਜਾਂਦੀ ਸੀ, ਮਤਲਬ ਤਿਆਰ ਕਰਨ 'ਚ ਮਦਦ ਮਿਲ ਜਾਂਦੀ ਆ। ਰਿਸ਼ਤੇਦਾਰਾਂ ਨੂੰ ਵੀ ਮੈਂ ਮਤਲਬ ਕਹਿੰਦੀ ਸੀ ਵੀ ਮੈਨੂੰ ਛੱਡਿਓ, ਮੈਨੂੰ ਉਹੀ ਛੱਡ ਕੇ ਆਉਂਦੇ ਹੁੰਦੇ ਸੀ। ਅੱਛਾ, ਮਤਲਬ ਤੁਹਾਡੀ ਵਧੀਆ ਸਪੋਰਟ ਕੀਤੀ ਹੈ ਘਰ ਵੱਲੋਂ ਵੀ ਅਤੇ ਰਿਸ਼ਤੇਦਾਰਾਂ ਵੱਲੋਂ ਵੀ। ਹਾਂਜੀ ਹਾਂਜੀ। ਸੋ ਬਹੁਤ ਵਧੀਆ। ਅਤੇ ਤੁਸੀਂ ਹੁਣ ਜਿਹੜਾ ਲਾਸਟ ਮੇਲੇ ਦੇ ਵਿੱਚ ਜਿੱਤ ਕੇ ਆਏ ਹੋ, ਉਹਦਾ ਤੁਹਾਨੂੰ ਪਤਾ ਕਿੱਥੋਂ ਲੱਗਦਾ ਵੀ ਇੱਥੇ ਕੋਈ ਪ੍ਰੋਗਰਾਮ ਹੋ ਰਿਹਾ, ਉੱਥੇ ਉਹਦਾ ਤੁਸੀਂ ਦੱਸੋ ਮਾੜਾ ਜਿਹਾ। ਉਹ ਮੇਰੇ ਜਸਵਿੰਦਰ ਮੈਡਮ ਨੇ, ਮਾਤਾ ਸੁੰਦਰੀ 'ਚ ਡਾਕਟਰ ਜਸਵਿੰਦਰ ਕੌਰ, ਉਹਨਾਂ ਨੇ ਮੈਨੂੰ ਨਿਊਜ਼ ਭੇਜੀ ਸੀ ਵੀ ਆਪਣੇ ਕਾਲਜ 'ਚ ਐਡਮਿਸ਼ਨ ਹੋਣੇ ਨੇ। ਅਤੇ ਮੈਂ ਯੂਨੀਵਰਸਿਟੀ ਸੀ, ਦਿਨ ਵੀ 2 ਰਹਿੰਦੇ ਸੀ। ਮੈਂ ਕਲਾਸਾਂ ਲਾ ਕੇ ਘਰੇ ਆ ਗਈ ਅਤੇ ਆਡੀਸ਼ਨ ਦੇਣ ਚਲੀ ਗਈ, ਉੱਥੇ ਸਿਲੈਕਸ਼ਨ ਹੋ ਗਈ। ਜਦੋਂ ਉਹਨਾਂ ਦਾ ਮੈਸੇਜ ਆ ਗਿਆ ਵੀ ਤੁਸੀਂ ਫਾਈਨਲ ਲਈ ਸਿਲੈਕਟ ਹੋ ਗਏ, ਅਤੇ ਮੈਂ ਵੀਰੇ ਨੂੰ ਕਿਹਾ ਵੀ ਹੁਣ ਆਪਾਂ ਨੂੰ ਜਾਣਾ ਪਊ ਫਰੀਦਕੋਟ। ਕਹਿੰਦਾ ਸਰਦਾ ਨਹੀਂ ਜੇ ਨਾ ਜਾਇਆ ਜਾਵੇ ਉਦੋਂ ਹੀ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਸੀ।
ਤੇ ਫਿਰ ਚਲੋ ਉਹਨਾਂ ਨੇ ਸੋਚਿਆ ਵੀ ਚੱਲ ਇਹਦੀ ਸਿਲੈਕਸ਼ਨ ਹੋਈ ਆ ਤੇ ਗਏ ਨਾਲ। ਫਿਰ ਜਦੋਂ ਉੱਥੇ ਵੀ ਮੈਨੂੰ ਸੋਨੇ ਦੀ ਸੱਗੀ ਦਿੱਤੀ, ਸਨਮਾਨਿਤ ਕੀਤਾ, ਫਿਰ ਹਾਂ ਇਹਨਾਂ ਨੂੰ ਲੱਗਿਆ ਵੀ ਕੋਈ ਵੀ ਮੌਕਾ ਹੋਵੇ ਆਪਾਂ ਨੂੰ ਛੱਡਣਾ ਨਹੀਂ ਚਾਹੀਦਾ, ਛੋਟਾ ਵੱਡਾ, ਤੇ ਹਰ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ। ਗੁਰਪ੍ਰੀਤ, ਤੁਹਾਡੀ ਪੜ੍ਹਾਈ ਕਿੱਥੋਂ ਦੀ ਹੈ? ਮੈਂ 10ਵੀਂ ਤੱਕ ਤਾਂ ਸਰਕਾਰੀ ਸਕੂਲ 'ਚ ਹੀ ਪੜ੍ਹੀ ਹਾਂ ਪਿੰਡ। ਉਸ ਤੋਂ ਬਾਅਦ +2 ਮੈਂ ਮਾਈ ਭਾਗੋ ਕਾਲਜ ਰੱਲਾ ਤੋਂ ਕੀਤੀ ਹੈ, ਤੇ ਫਿਰ ਉਸ ਤੋਂ ਬਾਅਦ BA ਮਾਤਾ ਸੁੰਦਰੀ ਕਾਲਜ ਤੋਂ ਕੀਤੀ ਹੈ, B.Ed ਫਿਰ ਮਾਈ ਭਾਗੋ ਕਾਲਜ ਰੱਲੇ ਤੋਂ ਕੀਤੀ ਹੈ, ਹੁਣ MA ਪੰਜਾਬੀ ਯੂਨੀਵਰਸਿਟੀ ਤੋਂ ਕਰ ਰਹੀ ਹਾਂ। ਅੱਛਾ, ਜੇ ਤੁਸੀਂ ਸਕੂਲ ਟਾਈਮ ਤੋਂ ਪਰਫਾਰਮੈਂਸ ਕਰਨ ਲੱਗੇ ਸੀ? ਹਾਂਜੀ, ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ। ਸਕੂਲ 'ਚ ਵੀ ਤੇ ਕਾਲਜ 'ਚ ਵੀ ਯੂਥ ਫੈਸਟੀਵਲ 'ਚ ਮੈਂ ਲੱਗਦੀ ਰਹਿੰਦੀ ਸੀਗੀ ਤੇ ਪਾਰਟਿਸਿਪੇਟ ਕਰਦੀ ਰਹਿੰਦੀ ਸੀ। ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ। ਜਿਹੜੇ ਹੁਣ ਯੂਥ ਫੈਸਟੀਵਲ ਹੁੰਦੇ ਆ, ਕੀ ਇਹ ਸੱਚਮੁੱਚ ਪ੍ਰਤਿਭਾ ਨੂੰ ਉਭਾਰਦੇ ਆ ਬੱਚਿਆਂ ਦੀ? ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਨਹੀਂ, ਮੈਨੂੰ ਉਹਨਾਂ ਦੀ ਜੱਜਮੈਂਟ ਦੇਖ ਕੇ ਤਾਂ ਨਹੀਂ ਲੱਗਦਾ। ਮਤਲਬ ਜਿਹੜੇ ਕਾਲਜ 'ਚ ਯੂਥ ਫੈਸਟੀਵਲ ਹੁੰਦਾ ਹੈ ਉਹਨਾਂ ਦੀਆਂ ਪੋਜੀਸ਼ਨਾਂ ਫਸਟ ਸੈਕਿੰਡ ਆਉਂਦੀਆਂ ਦੇਖੀਆਂ, ਤੇ ਉਹ ਜਦੋਂ ਯੂਨੀਵਰਸਿਟੀ 'ਚ ਜਾਂਦੀਆਂ ਅੱਗੇ ਤਾਂ ਉੱਥੇ ਬੁਰਾ ਹਾਲ ਹੀ ਹੁੰਦਾ ਹੈ। ਦੇਖਿਆ ਹੁੰਦਾ, ਤੁਸੀਂ ਵੀ ਦੇਖਿਆ ਸੀ। ਤੇ ਹੁਣ ਜਿਵੇਂ ਗਿੱਧਾ ਹੈ, ਕਹਿੰਦੇ ਪੰਜਾਬੀ ਸੱਭਿਆਚਾਰ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ, ਪਰ ਜਿਹੜਾ ਗਿੱਧੇ 'ਚ ਮੇਕਅਪ ਕੀਤਾ ਹੁੰਦਾ, ਮੈਨੂੰ ਨਹੀਂ ਲੱਗਦਾ ਵੀ ਆਪਣੇ ਪੰਜਾਬੀ ਸੱਭਿਆਚਾਰ 'ਚ ਐਵੇਂ ਦਾ ਮੇਕਅਪ ਪਹਿਲਾਂ ਹੁੰਦਾ ਸੀ। ਉਦੋਂ ਤਾਂ ਖੁੱਲ੍ਹ ਕੇ ਨੱਚਦੇ ਸੀ ਸਾਰੇ। ਇੱਥੇ ਹੁੰਦਾ 3 ਮਿੰਟ 'ਚ, ਇੰਨੇ ਟਾਈਮ 'ਚ ਬੋਲੀ ਖਤਮ ਕਰਨੀ ਹੈ। ਸੱਭਿਆਚਾਰ ਦੇ ਨਾਂ 'ਤੇ ਮਤਲਬ ਵੀ ਸੱਭਿਆਚਾਰ ਨੂੰ ਉਹਨਾਂ ਨੇ ਬੰਦ ਕਰਤਾ। ਸੱਭਿਆਚਾਰ ਤਾਂ ਖੁੱਲ੍ਹਾ ਹੁੰਦਾ ਨਾ, ਆਪਣਾ ਖੁੱਲ੍ਹੇ ਸੁਭਾਅ ਦਾ ਮਾਲਕ ਹੁੰਦਾ। ਅੱਛਾ, ਮਤਲਬ ਤੁਸੀਂ ਸੋਚਦੇ ਹੋ ਕਿ ਜਿਹੜੇ ਰੂਲ ਰੈਗੂਲੇਸ਼ਨ ਨੇ ਉਹ ਸੱਭਿਆਚਾਰ ਨੂੰ ਖਤਮ ਕਰ ਰਹੇ ਨੇ, ਤੇ ਜਿਹੜਾ ਮੇਕਅਪ ਆ ਉਹ ਵੀ ਮਤਲਬ ਨਹੀਂ ਹੋਣਾ ਚਾਹੀਦਾ ਉਸ ਤਰੀਕੇ ਨਾਲ। ਤਾਂ ਤੁਸੀਂ ਕੀ ਯੋਗਦਾਨ ਪਾ ਰਹੇ ਹੋ ਸੱਭਿਆਚਾਰ ਨੂੰ? ਜਿਹੜੇ ਪੁਰਾਣਾ ਟਾਈਮ ਆ ਉਹਨੂੰ ਤੁਸੀਂ ਵਧੀਆ ਉਭਾਰ ਰਹੇ ਹੋ, ਅੱਗੇ ਲਿਆ ਰਹੇ ਹੋ, ਤੁਹਾਡਾ ਪਰਸਨਲੀ ਕੀ ਯੋਗਦਾਨ ਹੈ ਉਸ ਨੂੰ? ਪਰਸਨਲੀ ਮੇਰਾ ਇਹੀ ਹੈ ਵੀ ਜਦੋਂ ਹੁਣ ਮੈਂ ਨੋਇਡਾ ਵੀ ਜਾਂਦੀ ਰਹੀ ਹਾਂ, ਜਿਵੇਂ ਤਾਂ ਮੈਂ ਬੋਲਦੀ ਸੀ, ਠੇਠ ਪੰਜਾਬੀ ਬੋਲਦੀ ਹਾਂ ਮੈਂ, ਉੱਥੇ ਵੀ ਐਵੇਂ ਬੋਲੀ। ਐਵੇਂ ਨਹੀਂ ਮੈਂ ਕਿਹਾ ਵੀ ਉਹਨਾਂ ਦੇ ਬਾਲ ਸਟਰੇਟ ਨੇ ਜਾਂ ਮੈਂ ਵੀ ਕਟਿੰਗ ਕਰਵਾ ਲਾਂ, ਐਵੇਂ ਕਰਵਾ ਲਾਂ। ਜਿਵੇਂ ਬੋਲਦੀ ਸੀ ਉਹੀ ਮੈਂ ਲੈਂਗੁਏਜ ਰੱਖੀ। ਦੂਜੇ ਨੂੰ ਕਿਵੇਂ ਲੱਗਦਾ ਕੋਈ ਆਪਣੇ 'ਤੇ ਅਸਰ ਨਹੀਂ ਹੋਣਾ ਚਾਹੀਦਾ। ਜੋ ਤੁਹਾਡੀ ਪਰਸਨੈਲਿਟੀ ਹੈ, ਜਿਹੜਾ ਟੈਲੈਂਟ ਆ, ਉਹਨੂੰ ਮੇਨ ਰੱਖਣਾ ਚਾਹੀਦਾ। ਮੈਂ ਹੁਣ ਵੀ ਕੁੜੀਆਂ ਨੂੰ ਜੇ ਕਾਲਜ 'ਚ ਕਿਸੇ ਜਾਂਦੀ ਹਾਂ ਵੀ ਟਾਈਮ ਦੇ ਹਿਸਾਬ ਨਾਲ ਤੁਸੀਂ ਆਪਦੇ ਆਪ ਨੂੰ ਚੇਂਜ ਨਾ ਕਰੋ। ਜਿਵੇਂ ਤੁਸੀਂ ਹੈਗੇ ਹੋ, ਰਹਿਣਾ ਤੁਹਾਨੂੰ ਕੰਫਰਟੇਬਲ ਰੱਖਦਾ, ਉਸੇ ਤਰ੍ਹਾਂ ਹੀ ਰਹਿਣਾ ਚਾਹੀਦਾ। ਆਪਦੇ ਆਪ ਨੂੰ ਬਦਲਣਾ ਨਹੀਂ ਚਾਹੀਦਾ। ਜਿਵੇਂ ਤੁਸੀਂ ਬਾਹਰ ਜਾਂਦੇ ਹੋ, ਮੈਂ ਦੇਖਿਆ ਤੁਹਾਡੀਆਂ ਹੋਰ ਭਾਸ਼ਾਵਾਂ ਦੇ ਵਿੱਚ ਹੱਥ ਥੋੜ੍ਹਾ ਜਿਹਾ ਤੰਗ ਹੀ ਆ, ਤਾਂ ਤੁਹਾਨੂੰ ਦਿੱਕਤ ਨਹੀਂ ਆਉਂਦੀ? ਉੱਥੇ ਪਰੇਸ਼ਾਨੀ ਆਉਂਦੀ ਹੈ ਦੂਸਰਿਆਂ ਨਾਲ ਗੱਲ ਕਰਨ ਦੇ ਵਿੱਚ? ਨਹੀਂ ਆਉਂਦੀ ਪਰੇਸ਼ਾਨੀ ਕਿਉਂ ਆਊਗੀ? ਕਿਉਂਕਿ ਬੰਦੇ ਨੂੰ ਇੰਨਾ ਜ਼ਿਆਦਾ ਅਗਲੇ ਨੂੰ ਬੋਲਣ ਦਾ ਮੌਕਾ ਹੀ ਨਾ ਦਿਓ। ਆਪ ਨੂੰ ਪਹਿਲਾਂ ਤੁਸੀਂ ਉਹਦੇ ਸਾਹਮਣੇ ਪੇਸ਼ ਕਰ ਦਿਓ, ਤਾਂ ਫਿਰ ਮੁਸ਼ਕਿਲ ਨਹੀਂ ਆਉਂਦੀ। ਠੀਕ ਹੈ ਜੀ। ਤੇ ਹੁਣ ਤੁਸੀਂ ਕੀ ਕਰ ਰਹੇ ਹੋ? ਹੁਣ ਮੈਂ MA ਥੀਏਟਰ ਕਰ ਰਹੀ ਹਾਂ। ਅੱਛਾ, ਇਸ ਤੋਂ ਬਾਅਦ ਤੁਸੀਂ MA ਥੀਏਟਰ ਕਰਕੇ, ਇਸ ਤੋਂ ਬਾਅਦ ਹੁਣ ਤੁਸੀਂ ਕਿਹਾ ਸੀ ਕਿ ਘਰ ਦੇ ਥੋੜ੍ਹੀ ਰੋਕ ਲਾਉਂਦੇ ਆ ਨਾ, ਤਾਂ ਫਿਰ ਤੁਸੀਂ MA ਥੀਏਟਰ ਦੀ ਪੜ੍ਹਾਈ ਸ਼ੁਰੂ ਕਿਉਂ ਕੀਤੀ ਸੀ? ਇਸੇ ਰੋਕ ਕਰਕੇ ਕੀਤੀ ਸੀ। ਮੈਨੂੰ ਐਵੇਂ ਸੀ ਵੀ ਜੇ ਸਟੱਡੀ ਕਰ ਲਈ ਵੀ ਸ਼ਾਇਦ ਮੇਰੇ ਸੁਪਨਾ ਪੂਰਾ ਹੋ ਜੇ, ਵੀ ਮੰਨ ਜਿਆ ਕਰਨ, ਜਿਵੇਂ ਸੌਂਗ ਲਈ ਜਾਂ ਫਿਲਮ ਲਈ ਕੋਈ ਰੋਲ ਮਿਲਦਾ, ਵੀ ਸ਼ਾਇਦ ਐਵੇਂ ਸੀ ਜੇ ਸਟੱਡੀ ਕਰ ਲਈ ਤਾਂ ਸੌਖਾ ਹੋ ਜਾਊਗਾ। ਤੇ ਜੇ ਪਿੰਡ ਬਾਰੇ ਦੇਖੀਏ ਤਾਂ ਪਿੰਡ ਦੇ ਲੋਕ ਤੁਹਾਡੇ ਬਾਰੇ ਕੀ ਸੋਚਦੇ ਆ? ਪਿੰਡ ਦੇ ਲੋਕ ਬਹੁਤ ਵਧੀਆ ਸੋਚਦੇ ਨੇ। ਨਿਊਜ਼ ਆਉਂਦੀ ਹੈ ਜਦੋਂ ਅਖਬਾਰ 'ਚ, ਮਤਲਬ ਖੁਸ਼ ਹੋ ਜਾਂਦੇ ਨੇ ਉਹ ਵੀ, ਹਾਂ ਉਹਨਾਂ ਦੀ ਕੁੜੀ ਹੈ ਇਹ, ਵੀ ਪਾਪਾ ਵੀ ਬਹੁਤ ਖੁਸ਼ ਹੁੰਦੇ ਆ। ਜੇ ਅਖਬਾਰ ਨਹੀਂ ਵੀ ਆਇਆ ਹੁੰਦਾ, ਪਿੰਡ 'ਚੋਂ ਜਾ ਕੇ ਲੈ ਕੇ ਆਉਂਦੇ ਨੇ। ਤੇ ਹੁਣ ਪਿੰਡ ਦੇ ਬਹੁਤ ਖੁਸ਼ ਨੇ। ਸਨਮਾਨਿਤ ਵੀ ਕੀਤਾ ਲੋਹੜੀ ਦਾ ਜਦੋਂ ਪ੍ਰੋਗਰਾਮ ਸੀਗਾ ਉਦੋਂ। ਅੱਛਾ ਜੀ। ਹੁਣ ਤੁਹਾਨੂੰ ਤੁਹਾਡੇ ਕੋਲੇ ਕੋਈ ਆਇਆ ਕਦੇ ਵੀ ਮੈਨੂੰ ਗਿੱਧਾ ਸਿਖਾਓ? ਕੋਈ ਕੁੜੀਆਂ ਆਈਆਂ ਹੋਣ, ਕੋਈ ਮਾਪੇ ਆਏ ਹੋਣ ਕਿ ਸਾਡੇ ਬੱਚਿਆਂ ਨੂੰ ਵੀ ਇਸ ਤਰੀਕੇ ਨਾਲ ਜੋੜੋ? ਨਹੀਂ, ਕੋਈ ਨਹੀਂ ਆਇਆ, ਕਿਉਂਕਿ ਅੱਜ ਕੱਲ੍ਹ ਦਾ ਟਾਈਮ ਹੀ ਇਹ ਜਾ ਗਿਆ, ਸਭ ਨੂੰ ਆ ਗਿਆ ਵੀ ਨੱਚਣਾ ਗਾਉਣਾ ਤੇ ਇਹਨੇ ਸਿੱਖ ਹੀ ਲੈਣਾ। ਸਾਰੇ ਨੇ ਪੜ੍ਹਾਈ 'ਤੇ ਜ਼ੋਰ ਦਿੱਤਾ ਹੋਇਆ। ਸਰਕਾਰੀ ਸਕੂਲਾਂ 'ਚ ਵੀ ਨਹੀਂ ਕੋਈ ਪੜ੍ਹਨ ਲਾਉਂਦਾ, ਪ੍ਰਾਈਵੇਟ ਚਲਾਉਂਦੇ ਨੇ। ਉਹਨਾਂ ਵਾਂਗੂ ਹਿੰਦੀ ਗਾਣਿਆਂ 'ਤੇ ਨੱਚਣਾ ਸਿਖਾਉਂਦੇ ਨੇ। ਪੰਜਾਬੀ ਸੱਭਿਆਚਾਰ ਨਾਲ ਤਾਂ ਨਹੀਂ ਕੋਈ ਜੁੜਿਆ ਹੋਇਆ ਇਸ ਟਾਈਮ। ਤੇ ਤੁਹਾਨੂੰ ਲੋਕ ਬੋਲੀਆਂ ਨਾਲ ਬੜਾ ਪਿਆਰ ਆ, ਇੱਕ ਅੱਧੀ ਲੋਕ ਬੋਲੀ ਸੁਣਾਓ ਸਾਨੂੰ। ਮੈਂ ਬੋਲੀ ਨਹੀਂ, ਤੁਹਾਨੂੰ ਲੋਕ ਗੀਤ ਸੁਣਾ ਦਿੰਦੀ ਹਾਂ। ਭਾਦੋਂ, ਅੱਜ ਇੱਕ ਭਾਦੋਂ। ਭਾਦੋਂ ਫਿਰਨ ਕਸਾਈ ਰਾਮ, ਸੋਡੀ ਅਰਜ਼ਾਂ ਕਰਦੀ ਮਾਈ, ਅਰਜ਼ਾਂ ਕਰਦੀ ਮਾਈ ਰਾਮ, ਬਾਹੋਂ ਪਕੜ ਕਰਾਂ ਨੂੰ ਲਿਆਈ, ਸੌਣ ਕਟਾ ਚੜ ਆਈਆਂ ਜੀ ਉਤੋਂ, ਬੱਦਲਾਂ ਨੇ ਉਹ ਬੱਦਲਾਂ ਨੇ ਰਿਣ ਚਿਣ ਲਾਈਏ। ਵਾਹ, ਬਹੁਤ ਖੂਬਸੂਰਤ। ਗੁਰਪ੍ਰੀਤ, ਜੇ ਤੁਸੀਂ ਧੀ ਪੰਜਾਬ ਦੀ ਬਣੇ ਤਾਂ ਤੁਹਾਨੂੰ ਉੱਥੇ ਕੀ ਕੀ ਟਾਸਕ ਮਿਲੇ? ਹਾਂਜੀ, ਉੱਥੇ ਮੈਨੂੰ 3 ਰਾਊਂਡ ਹੁੰਦੇ ਨੇ। ਡਾਂਸ ਰਾਊਂਡ ਹੁੰਦਾ, ਗਿੱਧਾ, ਤੇ ਉਸ ਤੋਂ ਬਾਅਦ ਕੁਐਸਚਨ ਆਨਸਰ ਰਾਊਂਡ ਹੁੰਦਾ।
ਕੁਐਸਚਨ ਆਨਸਰ ਬਹੁਤ ਔਖੇ ਹੁੰਦੇ ਆ, ਪੰਜਾਬੀ ਸੱਭਿਆਚਾਰ ਨਾਲ ਵੀ ਹੁੰਦੇ ਆ ਤੇ ਜਿਹੜੀ ਆਪਣੀ ਕਰੰਟ ਅਫੇਅਰ ਜਾਣਕਾਰੀ ਹੁੰਦੀ ਹੈ ਇਹਦੇ ਬਾਰੇ ਵੀ ਹੁੰਦੇ ਆ, ਤੇ ਉਹ ਮੇਰੇ ਤਿੰਨੇ ਕੁਐਸਚਨ ਸਹੀ ਸੀਗੇ ਤੇ ਇਸ ਕਰਕੇ ਮੈਂ 30 ਪੰਜਾਬ ਦੀ ਬਣੀ। ਅੱਛਾ, ਜਿਹੜੀ ਤੁਸੀਂ ਕੁਐਸਚਨਾਂ ਦੀ ਗੱਲ ਕਰਦੇ ਹੋ, ਇਹ ਤੁਸੀਂ ਪੜ੍ਹਨੇ ਪੈਂਦੇ ਕਿਤੋਂ ਜਾਂ ਸੱਭਿਆਚਾਰ ਦਾਦੀਆਂ ਨਾਨੀਆਂ ਤੋਂ ਸਿੱਖਿਆ ਤੁਸੀਂ ਉਹਦੇ ਵਿੱਚੋਂ ਹੀ ਆਉਂਦੇ ਆ? ਮੈਂ ਤਾਂ ਮਤਲਬ ਵੀ ਪਿੰਡ 'ਚ ਰਹੀ ਹਾਂ, ਹੁਣ ਜਿਵੇਂ ਆਪਣੇ ਮਾਹੌਲ ਇਦਾਂ ਦਾ ਦਾਦੀ ਨਾਨੀ ਤੋਂ ਸਿੱਖਦੇ ਰਹਿੰਦੇ ਆ, ਮੇਰੇ ਲਈ ਇੰਨਾ ਔਖਾ ਨਹੀਂ ਹੁੰਦਾ। ਪਰ ਮੈਂ ਦੇਖਦੀ ਹਾਂ ਵੀ ਜਿਵੇਂ ਕੋਈ ਸ਼ਹਿਰ ਤੋਂ ਕੁੜੀ ਆਉਂਦੀ ਆ, ਉਹ ਕਹਿੰਦੇ ਨੇ ਵੀ ਅਸੀਂ ਪਹਿਲਾਂ ਇਹਦੀਆਂ ਬੁੱਕਸ ਲੈਂਦੇ ਆ ਫਿਰ ਰੀਡ ਕਰਦੇ ਆ, ਫਿਰ ਮੈਨੂੰ ਐਂ ਲੱਗਦਾ ਵੀ ਜੇ ਮੈਂ ਸੱਭਿਆਚਾਰ 'ਚ ਰਹੀ ਹਾਂ ਮੇਰੇ ਲਈ ਕਿੰਨਾ ਈਜ਼ੀ ਆ, ਤੇ ਇਹ ਉਸ ਚੀਜ਼ ਦੀ ਤਿਆਰੀ ਕਰਕੇ ਆਉਂਦੇ ਨੇ। ਅੱਛਾ, ਹੁਣ ਤੁਸੀਂ ਇਹ ਦੱਸੋ ਕਿ ਜਿਹੜੀਆਂ ਕਿਤਾਬਾਂ ਤੁਸੀਂ ਇਹਦੇ ਰਿਲੇਟਡ ਕਿਤਾਬਾਂ ਵੀ ਪੜ੍ਹੀਆਂ ਹੋਣੀਆਂ, ਤੇ ਉਹਦਾ ਤੇ ਦਾਦੀ ਨਾਨੀ ਤੋਂ ਸਿੱਖੀਆਂ ਗੱਲਾਂ ਦਾ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ? ਫਰਕ ਤਾਂ ਹੁੰਦਾ ਜੀ, ਪਰ ਕਿਤਾਬਾਂ ਦੀ ਵੀ ਥੋੜੀ ਸੁਣਨੀ ਪੈਂਦੀ ਹੈ, ਕਿਉਂਕਿ ਜਿਹੜੇ ਜੱਜ ਨੇ ਉਹਨਾਂ ਨੇ ਵੀ ਕਿਤਾਬਾਂ ਤੋਂ ਪੜ੍ਹ ਕੇ ਕੁਐਸਚਨ ਪੁੱਛਣੇ ਹੋਣਗੇ, ਫਿਰ ਆਨਸਰ ਕਿਤਾਬ ਦੇ ਹਿਸਾਬ ਨਾਲ ਦੇਣਾ ਹੁੰਦਾ, ਪਰ ਦਿਮਾਗ 'ਚ ਸੋਚ ਜਿਹੜੀ ਨਾਨੀ ਦਾਦੀ ਨੇ ਦੱਸਿਆ ਹੁੰਦਾ ਉਹ ਰੱਖਣੀ ਪੈਂਦੀ ਹੈ। ਅੱਛਾ ਜੀ, ਤੇ ਇਸ ਤੋਂ ਇਲਾਵਾ ਤੁਹਾਡੇ ਹੋਰ ਕੀ ਕੀ ਸ਼ੌਂਕ ਨੇ? ਇਸ ਤੋਂ ਇਲਾਵਾ ਮੈਂ ਬਾਸਕਟਬਾਲ ਖੇਡਦੀ ਸੀ, ਸਕੂਲ ਟਾਈਮ ਵੀ ਖੇਡੀ ਆ। ਉਸ ਤੋਂ ਇਲਾਵਾ ਮੈਨੂੰ ਜਿਵੇਂ ਲੋਕ ਗੀਤ ਗਾਉਣੇ, ਘਰ ਦੇ ਕੰਮ ਵੀ ਮੈਂ ਸ਼ੌਂਕ ਨਾਲ ਕਰਦੀ ਹਾਂ, ਅਤੇ ਉਸ ਤੋਂ ਇਲਾਵਾ ਮੈਂ ਜਿਵੇਂ ਹੁਣ ਆਪਦੇ ਕੱਪੜੇ ਨੇ ਮੈਂ ਖੁਦ ਬਣਾਉਣੀ ਆ ਸਾਰੇ ਸੂਟ। ਇੱਕ ਪ੍ਰੋਗਰਾਮ ਦੇ ਵਿੱਚ ਦੇਖਿਆ ਸੀ ਤੁਸੀਂ ਜਿੰਦੀ ਨਾਲ ਸੇਵੀਆਂ ਵੱਟੀਆਂ, ਉਹ ਤੁਸੀਂ ਕਿਵੇਂ, ਮਤਲਬ ਕਿ ਕੀ ਟਾਸਕ ਮਿਲਿਆ ਸੀਗਾ ਉਹਦਾ? ਹਾਂਜੀ, ਉਹ ਗਿੱਧਿਆਂ ਦੀ ਰਾਣੀ ਜਦੋਂ ਮੈਂ ਖਿਤਾਬ ਜਿੱਤਿਆ ਉਦੋਂ ਮੈਨੂੰ ਉਹ ਮਤਲਬ ਰਾਊਂਡ ਹੁੰਦਾ ਕੰਮ ਕਰਨ ਦਾ, ਅਤੇ ਮੈਨੂੰ ਉਹਦੇ 'ਚ ਕੰਮ ਆਇਆ ਸੀਗਾ ਵੀ ਜਿੰਦੀ ਨਾਲ ਸੇਵੀਆਂ ਵੱਟਣੀਆਂ। ਉਹ ਦੇਖਦੇ ਨੇ ਵੀ ਪੰਜਾਬੀ ਸੱਭਿਆਚਾਰ ਨਾਲ ਵੀ ਕਿੰਨੇ ਕੁ ਜੁੜੇ ਹੋਏ ਨੇ ਬੱਚੇ, ਅਤੇ ਫਿਰ ਉਹ ਕੰਮ ਮੈਂ ਕਰਤਾ ਸੀ। ਵੈਸੇ ਸੇਵੀਆਂ ਸੀ ਜਿਹੜੀਆਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਤੌੜੇ ਨਾਲ ਵੱਟੀਆਂ ਜਾਂਦੀਆਂ ਸੀ, ਫਿਰ ਉਹ ਜਿੰਦੀ ਕਿੱਥੋਂ ਆਈ ਉਸ ਸਮੇਂ? ਫਿਰ ਟਾਈਮ ਦੇ ਹਿਸਾਬ ਨਾਲ ਜਿਵੇਂ ਹਰ ਚੀਜ਼ 'ਚ ਬਦਲਾਅ ਆਉਂਦਾ ਜਾਂਦਾ, ਉਸ ਤੋਂ ਬਾਅਦ ਤਾਂ ਹੁਣ ਮਤਲਬ ਪੈਕਟ ਲਿਆਓ ਸੇਵੀਆਂ ਦਾ, ਜਿੰਦੀ ਦੀ ਵੀ ਨਹੀਂ ਲੋੜ ਪੈਂਦੀ, ਅਤੇ ਟਾਈਮ ਦੇ ਹਿਸਾਬ ਨਾਲ ਚੇਂਜ ਆਉਂਦਾ ਜਾਂਦਾ ਗਾ। ਪਹਿਲਾਂ ਤੌੜੇ 'ਤੇ ਵੱਟਦੇ ਸੀ, ਕੁਝ ਕੰਪੀਟੀਸ਼ਨ 'ਚ ਤੌੜੇ 'ਤੇ ਵੀ ਕਿਹਾ ਜਾਂਦਾ, ਪਰ ਉੱਥੇ ਮੈਨੂੰ ਉਹਨਾਂ ਨੇ ਜਿੰਦੀ ਦਿੱਤੀ ਸੀ, ਕਿਉਂਕਿ ਜਿੰਦੀ 'ਚ ਜਿਹੜਾ ਆਟਾ ਪਾਇਆ ਜਾਂਦਾ ਉਹ ਵੀ ਦੇਖਿਆ ਜਾਂਦਾ ਨਾ ਵੀ ਕਿਸ ਪ੍ਰਕਾਰ ਦਾ ਗੁੰਨ ਕੇ ਪਾਇਆ ਜਾਂਦਾ। ਤੇ ਇੱਕ ਦਿਨ ਜੇ ਤੁਹਾਨੂੰ ਕਿਸੇ ਹੋਰ ਦੀ ਜ਼ਿੰਦਗੀ ਜਿਉਣਾ ਹੋਵੇ ਤਾਂ ਤੁਸੀਂ ਕਿਸ ਦੀ ਜ਼ਿੰਦਗੀ ਜਿਉਣਾ ਚਾਹੋਗੇ? ਮੇਰੀ ਜ਼ਿੰਦਗੀ ਤੋਂ ਇਲਾਵਾ ਹਾਂਜੀ। ਤਾਂ ਮੈਂ ਆਪਦੀ ਮੰਮੀ ਦੀ ਜ਼ਿੰਦਗੀ ਜਿਉਂ ਕੇ ਦੇਖਣਾ ਚਾਹੂੰਗੀ, ਕਿਉਂਕਿ ਮੈਨੂੰ ਮਤਲਬ ਉਹ ਹਰ ਕੰਮ ਕਰਨ ਤੋਂ ਪਹਿਲਾਂ ਕਹਿੰਦੇ ਆ ਵੀ ਦੇਖੀ ਵੀ ਆਂਢ ਗੁਆਂਢ ਦੇ ਕੀ ਕਹਿਣਗੇ, ਪਿੰਡ ਵਾਲੇ ਕੀ ਸੋਚਣਗੇ। ਫਿਰ ਮੈਨੂੰ ਐਂ ਲੱਗਦਾ ਵੀ ਉਹ ਕਿਹੜੀਆਂ ਗੱਲਾਂ ਹੁੰਦੀਆਂ ਨੇ, ਉਹ ਗੱਲਾਂ ਮੈਨੂੰ ਐ ਵੀ ਜਦੋਂ ਮੈਨੂੰ ਪਤਾ ਲੱਗਣ ਤਾਂ ਉਹ ਮੈਨੂੰ ਮੰਮੀ ਦੀ ਜ਼ਿੰਦਗੀ ਜਿਉਂ ਕੇ ਪਤਾ ਲੱਗ ਸਕਦੀਆਂ ਨੇ। ਅੱਛਾ ਜੀ, ਮਤਲਬ ਹਜੇ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਤੁਹਾਨੂੰ ਰੋਕਦੇ ਕਿਉਂ ਨੇ। ਜਦੋਂ ਹੁਣ ਤੁਸੀਂ ਐਕਟਿੰਗ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਹੋ, ਹੁਣ ਵੀ ਤੁਹਾਨੂੰ ਅੜਿੱਕਾ ਹੈ ਕੋਈ, ਮਤਲਬ ਰੋਕ ਟੋਕ ਹੁੰਦੀ ਆ? ਹਾਂਜੀ ਹੈਗੀ ਆ, ਪਰ ਪਹਿਲਾਂ ਜਿੰਨੀ ਨਹੀਂ ਹੈਗੀ ਜਿੰਨਾ 2 ਸਾਲਾਂ 'ਚ ਮੈਂ ਮਤਲਬ ਵੀ ਖਿਤਾਬ ਜਿੱਤੇ ਨੇ। ਹੁਣ ਘੱਟ ਹੈ ਪਰ ਹੈਗੀ ਆ। ਹੁਣ ਘਰਦਿਆਂ ਦੀ ਘੱਟ ਹੈ, ਰਿਸ਼ਤੇਦਾਰਾਂ ਦੀ ਜ਼ਿਆਦਾ ਹੈ। ਅੱਛਾ, ਰਿਸ਼ਤੇਦਾਰਾਂ ਨੂੰ ਹੁਣ ਤੁਸੀਂ ਕਿਵੇਂ ਟੈਕਲ ਕਰਨ ਦੀ ਸੋਚ ਰਹੇ ਹੋ? ਰਿਸ਼ਤੇਦਾਰ ਤਾਂ ਹੁਣ ਐਵੇਂ ਦੇ ਅੱਧੇ ਤਾਂ ਜਦੋਂ ਮੈਂ ਕਹਿੰਦੀ ਸੀ ਵੀ ਪੀਟੀਸੀ ਤੇ ਮੇਰਾ ਪ੍ਰੋਗਰਾਮ ਦੇਖ ਲਿਓ, ਉਹ ਕਹਿੰਦੇ ਅਸੀਂ ਤਾਂ ਚੈਨਲ ਹੀ ਬਦਲ ਦਿੰਨੇ ਆ। ਤੇ ਫਿਰ ਹੁਣ ਐਵੇਂ ਹੁੰਦਾ, ਘਰਦਿਆਂ ਨੂੰ ਵੀ ਸਮਝਾਈਦਾ ਵੀ ਆਪਦੀ ਲਾਈਫ ਆਪਣੇ ਹਿਸਾਬ ਨਾਲ ਵੀ ਜਿਉਣੀ ਚਾਹੀਦੀ ਆ, ਰਿਸ਼ਤੇਦਾਰਾਂ ਦੀ ਮੰਨਣੀ ਚਾਹੀਦੀ ਆ, ਪਰ ਇੰਨੀ ਵੀ ਨਹੀਂ ਮੰਨਣੀ ਚਾਹੀਦੀ ਵੀ ਇੱਕ ਧੀ ਦੇ ਜਿਹੜੇ ਸੁਪਨੇ ਨੇ ਉਹੀ ਮਰ ਜਾਣ। ਵੀ ਜੇ ਧੀ ਨੂੰ ਜਨਮ ਦਿੱਤਾ ਉਹਨੂੰ ਆਜ਼ਾਦੀ ਵੀ ਦੇਣੀ ਚਾਹੀਦੀ ਹੈ। ਆਜ਼ਾਦੀ ਕਿਸ ਤਰ੍ਹਾਂ ਦੀ ਆਜ਼ਾਦੀ? ਕੱਪੜੇ ਪਾਉਣ ਦੀ ਆਜ਼ਾਦੀ, ਜਾਂ ਕੋਈ ਹੋਰ ਆਜ਼ਾਦੀ ਨੂੰ ਤੁਸੀਂ ਆਜ਼ਾਦੀ ਸਮਝਦੇ ਹੋ? ਨਹੀਂ, ਕੱਪੜੇ, ਖਾਣ ਪੀਣ, ਰਹਿਣਾ ਸਹਿਣਾ ਇਹ ਬਹੁਤ ਛੋਟੀਆਂ ਗੱਲਾਂ ਨੇ। ਆਪਦੇ ਜਿਹੜੇ ਫੈਸਲੇ ਹੁੰਦੇ ਨੇ ਕੁਝ ਹੱਦ ਤੱਕ ਬੱਚਿਆਂ ਦੇ ਵੀ ਸਹੀ ਹੁੰਦੇ ਨੇ, ਜਿੱਧਰ ਨੂੰ ਉਹਨਾਂ ਦਾ ਮਤਲਬ ਸ਼ੌਂਕ ਹੁੰਦਾ ਉਹ ਸਟੱਡੀ ਕਰਨ ਦੇਣੀ ਚਾਹੀਦੀ ਹੈ। ਉਹ ਸ਼ੌਂਕਾਂ ਨੂੰ ਮਾਰਨਾ ਨਹੀਂ ਚਾਹੀਦਾ, ਸਿਰਫ ਵੀ ਇਹ ਕਿ ਲੋਕ ਕੀ ਸੋਚਣਗੇ ਇਸ ਗੱਲ ਨੂੰ ਲੈ ਕੇ। ਜਿਵੇਂ ਹੁਣ ਆਜ਼ਾਦੀ ਦੇ ਨਾਂ 'ਤੇ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ, ਜੀਨਸ ਪਾਉਂਦੀਆਂ, ਟੌਪ ਪਾਉਂਦੀਆਂ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਦੇਖਦੀ ਹਾਂ ਵੀ ਪੱਛਮੀ ਸੱਭਿਆਚਾਰ ਦਾ ਅਸਰ ਹੋ ਰਿਹਾ। ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਵੀ ਪੱਛਮ 'ਚ ਜਾ ਕੇ ਤਾਂ ਸੂਰਜ ਵੀ ਡੁੱਬ ਜਾਂਦਾ ਹੈ। ਮਤਲਬ ਫੋਲੋ ਤਾਂ ਕਰੋ, ਪਰ ਇੰਨਾ ਜ਼ਿਆਦਾ ਨਾ ਕਰੋ ਵੀ ਤੁਸੀਂ ਆਪਦੇ ਮਾਂ-ਪਿਓ ਨੂੰ ਜੇ ਚੰਗਾ ਲੱਗਦਾ ਕੋਈ ਮਤਲਬ ਇਹ ਗਲਤ ਗੱਲ ਨਹੀਂ ਹੁੰਦੀ, ਪਰ ਜੇ ਮਾਂ-ਪਿਓ ਨਹੀਂ ਇਸ ਚੀਜ਼ ਨੂੰ ਚੰਗਾ ਸਮਝਦੇ ਤਾਂ ਮਤਲਬ ਵੀ ਧੱਕਾ ਨਹੀਂ ਕਰਨਾ ਚਾਹੀਦਾ। ਥੋੜ੍ਹਾ ਘਰਦਿਆਂ ਦੇ ਹਿਸਾਬ ਨਾਲ ਵੀ ਰਹਿਣਾ ਚਾਹੀਦਾ। ਖਾਈਏ ਮਣ ਪਾਉਂਦਾ, ਪਹਿਨੀਏ ਜੱਗ ਪਾਉਂਦਾ। ਅੱਛਾ, ਤੇ ਅੱਗੇ ਬਾਰੇ ਤੁਸੀਂ ਕੀ, ਤੁਹਾਡੇ ਭਵਿੱਖ ਬਾਰੇ ਤੁਸੀਂ ਕੀ ਸੋਚਦੇ ਹੋ? ਭਵਿੱਖ ਬਾਰੇ ਮੈਂ ਮਤਲਬ ਟੀਚਿੰਗ ਲਾਈਨ 'ਚ ਹੀ ਜਾਣਾ ਪਸੰਦ ਕਰੂੰਗੀ, ਕਿਉਂਕਿ ਵੀ ਘਰਦਿਆਂ ਨੂੰ ਵੀ ਖੁਸ਼ੀ ਮਿਲਦੀ ਹੈ। ਅਤੇ ਉਸ ਤੋਂ ਇਲਾਵਾ ਜੇ ਮੈਨੂੰ ਕਿਤੇ ਮਤਲਬ ਪੰਜਾਬੀ ਸੱਭਿਆਚਾਰ ਨਾਲ ਹੀ ਜੁੜਿਆ ਕੰਮ ਮਿਲਦਾ ਤਾਂ ਉਹ ਜ਼ਰੂਰ ਕਰੂੰਗੀ। ਜੇ ਘਰਦਿਆਂ ਨੂੰ ਨਹੀਂ ਪਸੰਦ, ਮਤਲਬ ਕਈ ਵਾਰੀ ਇਹੋ ਜਿਹੇ ਗਾਣੇ ਹੁੰਦੇ ਨੇ, ਤਾਂ ਉਹ ਕੰਮ ਮੈਂ ਕਦੇ ਨਹੀਂ ਕਰੂੰਗੀ।
ਤੁਸੀਂ ਕਦੇ ਕੋਸ਼ਿਸ਼ ਕੀਤੀ ਆ ਆਪਣੇ ਪਿੰਡ ਦੀਆਂ ਕੁੜੀਆਂ ਜਾਂ ਆਪਣੇ ਦੋਸਤਾਂ ਮਿੱਤਰਾਂ ਨੂੰ, ਜਿਹੜੀਆਂ ਤੁਹਾਡੀਆਂ ਸਹੇਲੀਆਂ ਨੇ, ਉਹਨਾਂ ਨਾਲ ਗੱਲਬਾਤ ਹੁੰਦੀ ਹੈ, ਕੋਈ ਟੀਮ ਬਣਾਉਣ ਬਾਰੇ ਸੋਚਿਆ ਹੋਵੇ, ਗਿੱਧੇ ਦੀ ਟੀਮ? ਹਾਂਜੀ ਸੋਚਿਆ ਤਾਂ ਬਹੁਤ ਹੈ, ਪਰ ਕੋਈ ਇੰਟਰਸਟ ਨਹੀਂ ਦਿਖਾਉਂਦਾ। ਹੁਣ ਸਾਰੇ ਜਦੋਂ ਮੈਂ ਸਟੇਟਸ ਪਾਉਣੀ ਆ, ਇੱਕ ਵਾਰ ਤਾਂ ਸਟੇਟਸ ਦੇਖ ਕੇ ਉਹਨਾਂ ਨੂੰ ਲੱਗਦਾ ਵੀ ਹਾਂ ਅਸੀਂ ਵੀ ਐਂ ਕਰੀਏ, ਪਰ ਇਹਦੇ ਲਈ ਕੀ ਹੁੰਦਾ ਨਾ, ਮਤਲਬ ਵੀ ਜੇ ਮਨ 'ਚ ਹੋਵੇ ਤਾਂ ਆਪਾਂ ਨੂੰ ਟਾਈਮ ਕੱਢਣਾ ਪੈਂਦਾ ਇਹਨਾਂ ਚੀਜ਼ਾਂ ਲਈ। ਕੋਈ ਨਹੀਂ ਕੱਢਦਾ, ਸਾਰਿਆਂ ਲਈ ਫੇਸਬੁੱਕ ਇੰਸਟਾਗ੍ਰਾਮ ਜ਼ਰੂਰੀ ਆ। ਮੇਰੇ ਕੋਲ ਨਾ ਹੀ ਤਾਂ ਫੇਸਬੁੱਕ ਆਈਡੀ ਆ ਤੇ ਇੰਸਟਾਗ੍ਰਾਮ ਵੀ ਬੰਦ ਹੀ ਹੈ, ਇਕੱਲਾ ਵਟਸਐਪ ਹੀ ਚੱਲਦਾ। ਤੇ ਤੁਸੀਂ ਕਿਵੇਂ ਦੂਜਿਆਂ ਨੂੰ ਮੋਟੀਵੇਟ ਕਰੋਗੇ ਕਿ ਤੁਸੀਂ ਇਸ ਲਈ ਟਾਈਮ ਕੱਢੋ? ਕਦੇ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ? ਹਾਂਜੀ ਕੀਤੀ ਹੈ ਅਸਰ। ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਹੁੰਦਾ, ਮੈਨੂੰ ਦੇਖ ਕੇ ਉਹਨਾਂ ਨੂੰ ਐਂ ਲੱਗਦਾ ਵੀ ਜੇ ਕੋਈ ਹੁਣ ਕੰਪੀਟੀਸ਼ਨ ਹੋਇਆ ਸਾਨੂੰ ਦੱਸੀ। ਮੈਂ ਉਹਨਾਂ ਨੂੰ ਦੱਸਦੀ ਵੀ ਹਾਂ, ਰੂਲ ਵੀ ਦੱਸਦੀ ਹਾਂ ਵੀ ਐਵੇਂ ਐਵੇਂ ਹੋਊਗਾ। ਫਿਰ ਉਹੀ ਪ੍ਰੋਬਲਮ ਆ ਜਾਂਦੀਆਂ ਨੇ ਵੀ ਕਈ ਵਾਰੀ ਕਿਸੇ ਦੇ ਘਰ ਦੇ ਨਹੀਂ ਮੰਨਦੇ। ਫਿਰ ਮੈਂ ਉਹਨਾਂ ਦੇ ਪੇਰੈਂਟਸ ਨੂੰ ਵੀ ਕਹਿਣੀ ਆ ਵੀ ਜੇ ਇਹੀ ਜਿੱਦ ਕੋਈ ਮੁੰਡਾ ਕਰੇ, ਤੁਸੀਂ ਉਹਦੀ ਕਹਿ ਦਿਓ ਵੀ ਦੇਖੀ ਕਿਤੇ ਮੁੰਡਾ ਕੋਈ ਗਲਤ ਕੰਮ ਨਾ ਕਰ ਲੇ, ਮਤਲਬ ਸੁਸਾਈਡ ਵਗੈਰਾ। ਮੁੰਡਿਆਂ ਦਾ ਜ਼ਿਆਦਾ ਡਰ ਹੁੰਦਾ। ਮੈਂ ਕਿਹਾ ਜੇ ਇਹ ਕੁੜੀ ਦਾ ਤੁਸੀਂ ਇਹੀ ਡਰ ਰੱਖੋ ਵੀ ਇਹਦੇ ਵੀ ਸੁਪਨੇ ਨੇ ਵੀ ਕਿਤੇ ਇਹ ਨਾ ਕੋਈ ਗਲਤ ਕੰਮ ਕਰ ਲੇ, ਤਾਂ ਮਤਲਬ ਵੀ ਮੈਂ ਉਹਨਾਂ ਦੇ ਪੇਰੈਂਟਸ ਨੂੰ ਜ਼ਿਆਦਾ ਕਹਿਣੀ ਆ ਵੀ ਕੁੜੀਆਂ ਦੇ ਸ਼ੌਂਕ ਉਹਨਾਂ ਨੂੰ ਪੂਰੇ ਕਰਨ ਦਿਓ। ਅੱਛਾ, ਫਿਰ ਤੁਹਾਡੇ ਇਹ ਸਮਝਾਉਣ ਨਾਲ ਕੋਈ ਸਮਝਦਾ ਅੱਜ ਤੱਕ, ਕੋਈ ਸਮਝਿਆ ਹੋਵੇ? ਹਾਂਜੀ ਬਹੁਤ ਫਰਕ ਪਿਆ। 2-3 ਕੁੜੀਆਂ ਹੈਗੀਆਂ, ਉਹ ਕਹਿੰਦੀਆਂ ਨੇ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਮੈਨੂੰ ਕਹਿੰਦੀਆਂ ਵੀ ਮੇਰੇ ਪੇਰੈਂਟਸ ਨਾਲ ਗੱਲ ਕਰ। ਜਿਵੇਂ ਅੱਗੇ ਜੇ ਕੋਈ ਪੜ੍ਹਨ ਹੀ ਨਹੀਂ ਲਾਉਂਦਾ ਤਾਂ ਮੈਂ ਕਹਿ ਦਿੰਦੀ ਹਾਂ ਵੀ ਮੈਂ ਵੀ ਪੜ੍ਹੀ ਜਾਂਦੀ ਹਾਂ ਆਂਟੀ, ਵੀ ਤੁਸੀਂ ਉਹਨੂੰ ਪੜ੍ਹ ਲੈਣ ਦਿਓ। ਤਾਂ ਹਾਂ ਐਵੇਂ ਹੁੰਦਾ ਵੀ ਉਹ ਮੰਨ ਲੈਂਦੇ ਨੇ ਗੱਲ। ਗੁਰਪ੍ਰੀਤ, ਤੁਸੀਂ ਟੀਚਰ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਡੀ ਕੀ ਤਿਆਰੀ ਹੈ? ਹੁਣ ਤੁਸੀਂ ਕੀ ਤਿਆਰੀ ਕਰ ਰਹੇ ਹੋ? ਮੈਂ ਜਿਵੇਂ ਬੀਐਡ ਕੀਤੀ ਹੈ ਪਹਿਲਾਂ, ਉਸ ਤੋਂ ਬਾਅਦ ਐਮਏ ਕਰ ਰਹੀ ਹਾਂ ਤੇ ਹੁਣ ਟੈਸਟ ਦੀ ਵੀ ਤਿਆਰੀ ਕਰ ਰਹੀ ਹਾਂ ਨਾਲ ਨਾਲ। ਮੈਨੂੰ ਇਹ ਨਹੀਂ ਹੈਗਾ ਵੀ ਮੈਨੂੰ ਗੌਰਮੈਂਟ ਜੌਬ ਹੀ ਮਿਲੇ, ਕਿਉਂਕਿ ਬਹੁਤ ਔਖਾ ਕੰਮ ਹੋ ਗਿਆ ਟੈਸਟ ਕਲੀਅਰ ਹੋਣੇ। ਜੇ ਮੈਨੂੰ ਪ੍ਰਾਈਵੇਟ ਵੀ ਮਿਲਦੀ ਆ ਤਾਂ ਮਤਲਬ ਵੀ ਮੈਨੂੰ ਐਵੇਂ ਵੀ ਮੈਂ ਪੜ੍ਹਾਉਣ ਦੇ ਨਾਲ ਨਾਲ, ਕਿਤਾਬੀ ਸਿੱਖਿਆ ਦੇ ਨਾਲ ਨਾਲ ਉਹਨਾਂ ਨੂੰ ਥੋੜ੍ਹੀ ਪ੍ਰੈਕਟੀਕਲ ਸਿੱਖਿਆ ਜ਼ਿਆਦਾ ਦੇਵਾਂ। ਮਤਲਬ ਵੀ ਉਹਨਾਂ ਦੇ ਨਾਲ, ਸਟੂਡੈਂਟ ਦੇ ਨਾਲ ਉਹਨਾਂ ਨੂੰ ਕਰਕੇ ਕੁਝ ਦਿਖਾਉਣਾ ਚਾਹੁੰਦੀ ਹਾਂ। ਇਸੇ ਲਈ ਵੀ ਮੈਂ 2 ਸਾਲ ਤੋਂ ਮਿਹਨਤ ਕਰ ਰਹੀ ਹਾਂ ਵੀ ਉਹਨਾਂ ਨੂੰ ਵੀ ਲੱਗੇ ਵੀ ਟੀਚਰ ਹੋਣ ਦਾ ਮਤਲਬ ਇਹੀ ਨਹੀਂ ਹੁੰਦਾ ਵੀ ਇਕੱਲੇ ਪਰਸੈਂਟੇਜ ਹੋਵੇ, ਕਿਤਾਬਾਂ ਤੋਂ ਪੜ੍ਹਾਵੇ ਟੀਚਰ। ਥੋੜ੍ਹਾ ਆਪਦੀ ਲਾਈਫ ਤੋਂ ਵੀ ਬੱਚਿਆਂ ਨੂੰ ਪੜ੍ਹਾਵੇ ਤਾਂ ਉਹ ਚੰਗੀ ਗੱਲ ਹੁੰਦੀ ਆ। ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਟੀਚਰ ਜਿਹੜਾ ਪਰਸੈਂਟੇਜ ਨੂੰ ਨਾ ਦੇਖ ਕੇ ਆਪਣੀ ਜ਼ਿੰਦਗੀ ਤੋਂ ਸਿਖਾਉਣ ਦੀ ਕੋਸ਼ਿਸ਼ ਕਰਦਾ, ਕੋਈ ਲੱਗਿਆ ਕੋਈ ਇਹੋ ਜਿਹਾ ਟੀਚਰ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਹੋਵੇ? ਹਾਂਜੀ, ਮੈਂ ਬੀਏ ਦੇ ਵਿੱਚ ਪੰਜਾਬੀ ਲਿਟਰੇਚਰ ਪੜ੍ਹੀ ਆ ਤੇ ਡਾਕਟਰ ਜਸਵਿੰਦਰ ਕੌਰ ਜੀ ਨੇ। ਤੇ ਉਹ ਜਦੋਂ ਮੈਨੂੰ ਪੜ੍ਹਾਉਂਦੇ ਸੀ ਨਾ, ਮਤਲਬ ਵੀ ਉਹ ਮੈਨੂੰ ਕਹਿ ਦਿੰਦੇ ਵੀ ਤੂੰ ਦੱਸ ਕਿੱਥੇ ਪੜ੍ਹਦੇ ਆ, ਤੇ ਮੇਰਾ ਕਦੇ ਧਿਆਨ ਨਹੀਂ ਹੁੰਦਾ ਸੀ। ਮੈਂ ਬਸ ਉਹਨਾਂ ਵੱਲ ਦੇਖਦੀ ਰਹਿੰਦੀ ਸੀ। ਉਹ ਜਮਾਂ ਮਤਲਬ ਵੀ ਸਿੰਪਲ ਰਹਿੰਦੇ ਸੀ, ਸਿੰਪਲ ਸਾਦਾ ਮਤਲਬ ਸੂਟ ਪਾਉਣਾ ਉਹਨਾਂ ਨੇ, ਸਿੱਧਾ ਸਿਰ ਵਾਹੁਣਾ। ਮੈਨੂੰ ਐਵੇਂ ਲੱਗਦਾ ਵੀ ਮੈਂ ਵੀ ਇਹਨਾਂ ਵਰਗੀ ਬਣਾ। ਮੈਨੂੰ ਐਵੇਂ ਨਹੀਂ ਹੁੰਦਾ ਸੀ ਵੀ ਮਤਲਬ ਟੀਚਰ ਬਣਾ, ਪਰ ਜੇ ਟੀਚਰ ਬਣਾ ਤਾਂ ਇਹ ਮੈਡਮ ਵਰਗੀ ਬਣਾ। ਕਿਉਂਕਿ ਉਹ ਕਿਤਾਬਾਂ ਦੀਆਂ ਜਿਹੜੀਆਂ ਚੀਜ਼ਾਂ ਸੀ ਉਹਦੀਆਂ ਉਦਾਹਰਨਾਂ ਆਪਦੀ ਜ਼ਿੰਦਗੀ 'ਚੋਂ ਦਿੰਦੇ ਸੀਗੇ ਵੀ ਮੈਂ ਇੱਥੇ ਗਈ ਮੇਰੇ ਨਾਲ ਐਂ ਹੋਇਆ, ਤਾਂ ਉਹ ਕਿਤਾਬ ਵਾਲੀ ਗੱਲ ਵੀ ਆਪਾਂ ਨੂੰ ਸਮਝਣੀ ਸੌਖੀ ਹੋ ਜਾਂਦੀ ਹੈ। ਤਾਂ ਮੈਂ ਹਮੇਸ਼ਾ ਹੀ ਉਹਨਾਂ ਦਾ ਧੰਨਵਾਦ ਕਰੂੰਗੀ ਤੇ ਆਪਦੀ ਕਿਸਮਤ 'ਤੇ ਵੀ ਮੈਨੂੰ ਐਵੇਂ ਵੀ ਮੈਂ ਲਿਟਰੇਚਰ ਲੈਤੀ ਤੇ ਮੈਨੂੰ ਉਹ ਮੈਡਮ ਕੋਲ ਪੜ੍ਹਨ ਦਾ ਮੌਕਾ ਮਿਲਿਆ ਤੇ ਉਹਨਾਂ ਦਾ ਧੰਨਵਾਦ ਕਰਨਾ ਚਾਹੂੰਗੀ। ਮਤਲਬ ਕਿਤੇ ਨਾ ਕਿਤੇ ਤੁਸੀਂ ਉਹਨਾਂ ਤੋਂ ਪ੍ਰਭਾਵਿਤ ਸੀਗੇ ਤੇ ਤੁਸੀਂ ਹੋ ਸਕਦਾ ਸੂਟਾਂ ਦੀ ਜਿਹੜੀ ਮੈਚਿੰਗ ਆ ਉਹ ਮੈਡਮ ਨਾਲ ਕੀਤੀ ਹੋਵੇ। ਹਾਂਜੀ ਬਹੁਤ ਕਰਦੀ ਹਾਂ। ਹੁਣ ਵੀ ਜੇ ਮੈਂ ਸਟੇਟਸ ਪਾਉਣੀ ਆ ਤਾਂ ਮੈਨੂੰ ਮੈਸੇਜ ਆਉਂਦੇ ਵੀ ਤੂੰ ਜਸਵਿੰਦਰ ਮੈਡਮ ਵਰਗੀ ਲੱਗਦੀ ਅੱਜ ਜਮਾਂ। ਉਹਨਾਂ ਵਾਂਗੂ ਬੋਲਣਾ, ਉਹਨਾਂ ਨੇ ਮਤਲਬ ਜਿਹੜਾ ਫੋਨ ਹੁੰਦਾ ਨਾ, ਜਿਹੜਾ ਉਹ ਮਤਲਬ ਕਵਰ 'ਚ ਪਾਇਆ ਹੁੰਦਾ, ਮੈਂ ਉਹਦੇ ਨਾਲ ਦਾ ਸੇਮ ਉਹ ਵੀ ਲੈ ਲਿਆ ਸੀ। ਮਤਲਬ ਉਹਨਾਂ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਸੀ। ਹੋਰ ਕਿਸੇ ਟੀਚਰ ਦਾ ਪ੍ਰਭਾਵ ਜਾਂ ਕਿਸੇ ਵਿਦਵਾਨ ਦਾ ਜਿਹਨੇ ਤੁਹਾਨੂੰ ਇੰਨਾ ਪ੍ਰਭਾਵਿਤ ਕੀਤਾ ਹੋਵੇ? ਮੈਂ ਮਤਲਬ ਵੀ ਪੜ੍ਹਨ ਦਾ ਸ਼ੌਂਕ, ਕਿਤਾਬਾਂ ਵਗੈਰਾ ਦਾ ਤਾਂ ਮਤਲਬ ਘੱਟ ਹੀ ਰੱਖਦੀ ਹਾਂ। ਮਤਲਬ ਵੀ ਮੈਨੂੰ ਐਂ ਹੁੰਦਾ ਵੀ ਕਿਤਾਬ ਜੇ ਕਿਸੇ ਨੇ ਲਿਖਤੀ, ਉਹ ਇੱਕ ਬੰਦੇ ਦੀ ਉਹਦੀ ਸੋਚ ਹੋ, ਉਹਨੂੰ ਪੜ੍ਹ ਲਓ, ਸਿੱਖ ਲਓ, ਪਰ ਉਹਨੂੰ ਆਪਦੀ ਜ਼ਿੰਦਗੀ 'ਤੇ ਇੰਨਾ ਜ਼ਿਆਦਾ ਲਾਗੂ ਨਹੀਂ ਕਰਨਾ ਚਾਹੀਦਾ। ਕਿਉਂਕਿ ਜਿਹੜੇ ਹਾਲਾਤ 'ਚ ਉਹਨੇ ਉਹ ਕਿਤਾਬ ਲਿਖੀ, ਜ਼ਰੂਰੀ ਨਹੀਂ ਉਹ ਆਪਣੇ ਨਾਲ ਵੀ ਹੋਵੇ। ਪੜ੍ਹਨ ਦਾ ਸ਼ੌਂਕ ਜ਼ਰੂਰ ਰੱਖਦੀ ਹਾਂ, ਪਰ ਮੇਰੇ 'ਤੇ ਐਵੇਂ ਰਾਈਟਰ ਵਗੈਰਾ ਦਾ ਕੋਈ ਜ਼ਿਆਦਾ ਉਹ ਨਹੀਂ ਹੋਇਆ। ਪਰ ਮੈਨੂੰ ਮੰਟੋ ਦੀਆਂ ਕਹਾਣੀਆਂ ਜ਼ਿਆਦਾ ਵਧੀਆ ਲੱਗਦੀਆਂ ਨੇ, ਕਿਉਂਕਿ ਉਹ ਬਹੁਤ ਖੁੱਲ੍ਹ ਕੇ ਲਿਖਦੇ ਨੇ। ਮੰਟੋ ਦੀ ਕਿਹੜੀ ਕਹਾਣੀ ਹੈ ਜਿਹੜੀ ਤੁਹਾਡੀ ਸਭ ਤੋਂ ਜ਼ਿਆਦਾ ਕਰੀਬ ਲੱਗਦੀ ਹੈ ਤੁਹਾਨੂੰ? ਜਿਵੇਂ ਕਾਲੀ ਸਲਵਾਰ ਹੋਇਆ ਜਾਂ ਖੋਲ ਦੋ, ਮੰਟੋ ਦੀਆਂ ਕਹਾਣੀਆਂ ਦੀ ਮੇਰੇ ਕੋਲ ਕਿਤਾਬ ਹੈ। ਉਹਦੇ 'ਚ ਮਤਲਬ ਵੀ ਜਿਹੜੀਆਂ ਗੱਲਾਂ ਘਰ ਦੇ ਕਹਿੰਦੇ ਨੇ ਨਾ ਵੀ ਕੁੜੀਆਂ ਨੂੰ ਇਹ ਗੱਲਾਂ ਪਤਾ ਨਾ ਲੱਗ ਜਾਣ, ਉਹ ਗੱਲਾਂ ਵੀ ਖੋਲ ਕੇ ਦੱਸੀਆਂ ਹੋਈਆਂ ਨੇ। ਤੇ ਉਹ ਕਿਤਾਬ ਮਤਲਬ ਸਾਡੇ ਘਰ ਹੈ, ਸਾਰਿਆਂ ਨੂੰ ਪਤਾ, ਇਹਨੇ ਪੜ੍ਹੀ ਆ। ਫਿਰ ਇਹ ਜਾਣਕਾਰੀ ਕੁੜੀਆਂ ਨੂੰ ਹੋਣੀ ਚਾਹੀਦੀ ਆ। ਗੁਰਪ੍ਰੀਤ, ਜਦੋਂ ਵੀ ਕਿਸੇ ਕੰਪੀਟੀਸ਼ਨ ਤੇ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਬਿਊਟੀ ਦੇ ਨੰਬਰ ਲੱਗਦੇ ਆ, ਉਸ ਬਾਰੇ ਤੁਹਾਡੇ ਕੀ ਖਿਆਲ ਨੇਗੇ? ਹਾਂ, ਬਿਊਟੀ ਦਾ ਮਤਲਬ ਮਹੱਤਤਾ ਹੁੰਦੀ ਹੈ। ਮੇਨ ਗੱਲ ਤਾਂ ਜਿਹੜਾ ਆਪਾਂ ਪਾਰਟਿਸਿਪੇਟ ਕਰਦੇ ਹਾਂ, ਬੰਦੇ ਦੇ ਅੰਦਰ ਜੇ ਬਿਊਟੀ ਉਹ ਕੌਨਫੀਡੈਂਸ ਜ਼ਰੂਰ ਹੁੰਦਾ।
ਕੌਨਫੀਡੈਂਸ ਹੀ ਹੁੰਦਾ ਮਤਲਬ ਸੋਹਣੇ ਹੇਅਰ ਹੋਣਗੇ, ਹਾਈਟ ਹੋਊਗੀ, ਬੰਦੇ ਨੂੰ ਮਤਲਬ ਜੱਜਾਂ ਦੇ ਸਾਹਮਣੇ ਆਪਦੇ ਆਪ ਨੂੰ ਪੇਸ਼ ਕਰਨ 'ਚ ਕੋਈ ਦਿੱਕਤ ਨਹੀਂ ਆਉਂਦੀ। ਤੇ ਦੂਜਾ ਮੈਂ ਕਹਿਣਾ ਚਾਹੂੰਗੀ ਵੀ ਜੇ ਕਿਸੇ 'ਚ ਟੈਲੈਂਟ ਆ ਤਾਂ ਉੱਥੇ ਬਿਊਟੀ ਨੂੰ ਦੇਖਣਾ ਨਹੀਂ ਚਾਹੀਦਾ, ਕਿਉਂਕਿ ਇਹ ਕੁਦਰਤੀ ਚੀਜ਼ ਹੁੰਦੀ ਆ। ਤਾਂ ਉੱਥੇ ਮੈਂ ਇਹੀ ਕਹੂੰ ਵੀ ਪਹਿਲਾਂ ਟੈਲੈਂਟ ਨੂੰ ਪਹਿਲ ਦੇਣੀ ਚਾਹੀਦੀ ਹੈ। ਜਦੋਂ ਮੈਂ 2018 'ਚ PTC 'ਚ ਗਈ ਸੀ, ਸੈਮੀ ਫਾਈਨਲ 'ਚ ਮੇਰੇ ਬਹੁਤ ਵਧੀਆ ਟਾਸਕ ਹੋਏ ਸੀ, ਪਰ ਮੈਂ ਫਾਈਨਲ 'ਚ ਨਹੀਂ ਗਈ ਸੀ ਕਿਉਂਕਿ ਮਤਲਬ ਵੀ ਬਿਊਟੀ ਦੀ ਘਾਟ ਕਰਕੇ। ਪਰ ਉਹ ਗੱਲ ਨੂੰ ਲੈ ਕੇ ਮੈਂ ਇਹ ਨਹੀਂ ਕਿਹਾ ਵੀ ਉਹਨਾਂ ਨੇ ਮੇਰੇ ਨਾਲ ਪਾਰਸ਼ੈਲਿਟੀ ਕੀਤੀ, ਮਤਲਬ ਜੇ ਉਹਨਾਂ ਨੇ ਇਹ ਗੱਲ ਕਹੀ ਆ ਤਾਂ ਗੱਲ ਹੋਊਗੀ। ਤੇ ਉਸ ਤੋਂ ਬਾਅਦ ਮੈਂ ਆਪਦੀ ਸਿਹਤ ਵੱਲ ਵੀ ਧਿਆਨ ਦਿੱਤਾ, ਤੇ ਪਹਿਲਾਂ ਮੈਨੂੰ ਮੇਕਅਪ ਬਾਰੇ ਕੁਝ ਨਹੀਂ ਪਤਾ ਹੁੰਦਾ ਸੀ, ਤੇ 2019 ਤੱਕ ਮੈਂ ਉਹ ਸਾਰਾ ਕੁਝ ਸਿੱਖ ਕੇ ਫਿਰ ਦੁਬਾਰੇ ਗਈ। ਇਹ ਸਨ ਗੁਰਪ੍ਰੀਤ ਕੌਰ। ਆਓ ਹੁਣ ਆਪਾਂ ਇਹਨਾਂ ਦੇ ਮਾਤਾ ਪਿਤਾ ਜੀ ਨਾਲ ਗੱਲ ਕਰਦੇ ਹਾਂ। ਅੰਕਲ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਧੀਆਂ ਤੇ ਕੁੜੀਆਂ ਤੇ ਬੜੀਆਂ ਬੰਦਿਸ਼ਾਂ ਨੇ, ਉਹਨਾਂ ਬੰਦਿਸ਼ਾਂ ਦੇ ਵਿੱਚ ਤੁਸੀਂ ਆਪਣੀ ਕੁੜੀ ਨੂੰ, ਅਰਸ਼ ਨੂੰ ਬਹੁਤ ਸਪੋਰਟ ਕੀਤੀ ਹੈ, ਤਾਂ ਤੁਸੀਂ ਉਹ ਕਿਵੇਂ ਉਹਨੂੰ ਚੀਜ਼ ਨੂੰ ਦੇਖਦੇ ਹੋ? ਦੇਖੋ ਸਾਰਾ ਰਿਸ਼ਤਾ ਕਰਨਾ ਵੀ ਧੀਆਂ ਤੇ ਬੱਚੇ ਲੜਕੇ ਕੋਈ ਫਰਕ ਨਹੀਂ ਹੋਣਾ ਚਾਹੀਦਾ। ਧੀ ਸਾਨੂੰ ਮਾਣ ਆ ਆਪਣੀ ਬੇਟੀ ਤੇ, ਜੋ ਇਸ ਤੋਂ ਤੱਕ ਪਹੁੰਚੀ ਹੈ, ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਇਹ। ਹਾਂਜੀ, ਮਾਤਾ ਜੀ ਤੁਸੀਂ ਦੱਸੋ ਕਿ ਜਦੋਂ ਆਪਣੀ ਗੁਰਪ੍ਰੀਤ ਕੌਰ ਧੀ ਪੰਜਾਬ ਦੀ ਬਣਦੀ ਆ, ਹਰ ਦਿਲ ਅਜ਼ੀਜ਼ ਦਾ ਟੈਗ ਜਿੱਤਦੀ ਆ, PTC ਦੇ ਵਿੱਚ ਫਾਈਨਲਿਸਟ ਬਣਦੀ ਆ, ਤਾਂ ਤੁਹਾਨੂੰ ਕਿਵੇਂ ਲੱਗਦਾ ਤੇ ਸਮਾਜ ਉਸ ਚੀਜ਼ ਨੂੰ ਕਿਵੇਂ ਦੇਖਦਾ ਤੇ ਤੁਸੀਂ ਉਸ ਨੂੰ ਕਿਵੇਂ ਲੈਂਦੇ ਹੋ? ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਇਹ ਜਿੱਤ ਕੇ। ਸਮਾਜ ਨੂੰ ਤਾਂ ਹੁਣ ਇਹ ਕੀ ਕਹਿ ਸਕਦੇ ਹਾਂ, ਜਿਵੇਂ ਜਿਵੇਂ ਸੁਣਦੇ ਆਣ ਕਮਾਂਡ ਦੀਆਂ ਕਹਿੰਦੇ ਵੀ ਕਿੱਧਰ ਤੋਰੀ ਫਿਰਦੇ ਕਿਵੇਂ, ਪਰ ਜਦੋਂ ਜਿੱਤ ਕੇ ਆਈ ਸਾਨੂੰ ਆਸੇ-ਪਾਸੇ ਤੋਂ ਵਧਾਈਆਂ ਆਈਆਂ, ਸਾਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ, ਹੱਦੋਂ ਵੱਧ ਖੁਸ਼ੀ ਹੋਈ। ਮਤਲਬ ਵੀ ਸਾਡੀ ਦੱਸੀ ਹੋਈ ਰਾਹ 'ਤੇ ਇਹ ਚੱਲ ਰਹੇ ਆ ਸਾਡੇ ਬੱਚੇ। ਅੱਛਾ, ਜਿਵੇਂ ਹੁਣ ਇਹ ਸੱਭਿਆਚਾਰ ਨਾਲ ਬੜਾ ਪ੍ਰੇਮ ਆ ਗੁਰਪ੍ਰੀਤ ਨੂੰ, ਅਸੀਂ ਦੇਖਿਆ ਉਹਨੂੰ ਬੋਲੀਆਂ ਦਾ ਬੜਾ ਲਗਾਵ ਹੈ ਨਾ ਸੱਭਿਆਚਾਰ ਨਾਲ, ਤਾਂ ਉਹ ਮਾਹੌਲ ਉਹਨੂੰ ਘਰੋਂ ਮਿਲਿਆ ਹੋਊਗਾ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਮਤਲਬ ਸ਼ੌਂਕ ਰੱਖਦੇ ਸੀਗੇ, ਬੋਲੀਆਂ ਪਾਉਂਦੇ ਸੀ? ਹਾਂਜੀ, ਇਹ ਸਾਡਾ ਸੱਭਿਆਚਾਰ ਹੈਗਾ ਮਾਹੌਲ ਪਿੱਛੇ ਤੋਂ ਹੀ, ਮੇਰੀ ਮਾਤਾ ਤੋਂ ਲੈ ਕੇ ਸੱਸ ਮਾਂ ਤੋਂ ਲੈ ਕੇ ਸਾਡਾ ਘਰ ਦਾ ਮਾਹੌਲ ਇਹੀ ਰਿਹਾ। ਮਤਲਬ ਜਦੋਂ ਅਸੀਂ ਵਿਹਲੇ ਹੁੰਦੇ ਹਾਂ ਜਾਂ ਗੁਣਗਾਉਂਦੇ ਹਾਂ, ਇਹ ਕਦੇ ਬੋਲੀ 'ਚ ਕਦੇ ਗੀਤ 'ਚ, ਆਮ ਵੀ ਅਸੀਂ ਘਰੇ ਬੈਠੇ ਸਲੂਟ ਲੱਗ ਜਾਂਦੇ ਹਾਂ। ਸ਼ੁਰੂ ਤੋਂ ਇਹਨੂੰ ਇਹ ਪ੍ਰੇਰਨਾ ਮਿਲੀ। ਅੰਕਲ ਜੀ, ਜਿਵੇਂ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਧੀਆਂ ਨੂੰ ਲੈ ਕੁੜੀਆਂ ਨੂੰ ਬੜੀਆਂ ਬੰਦਿਸ਼ਾਂ 'ਚੋਂ ਗੁਜ਼ਰਨਾ ਪੈਂਦਾ, ਤਾਂ ਤੁਸੀਂ ਵੀ ਇਹੋ ਜਿਹੇ ਹਾਲਾਤ ਵਿੱਚੋਂ ਲੰਘੇ ਹੋ, ਕਿਵੇਂ ਤੁਸੀਂ ਉਹਨਾਂ ਹਾਲਾਤਾਂ ਨੂੰ ਟੈਕਲ ਕੀਤਾ? ਦੇਖੋ ਸਰ, ਅਸੀਂ ਤਾਂ ਇਹ ਦੇਖਿਆ ਵੀ ਆਪਣੀ ਬੇਟੀ 'ਚ ਟੈਲੈਂਟ ਸੀ ਇਹਦੇ ਵਿੱਚ ਸ਼ੁਰੂ ਤੋਂ ਲੈ ਕੇ, ਬਚਪਨ ਤੋਂ ਹੀ ਇਹ ਗਿੱਧੇ ਬੋਲੀਆਂ ਬਹੁਤ ਚੰਗੀ ਤਰ੍ਹਾਂ ਜਾਣਦੀ ਪਾਉਂਦੀ ਹੈ, ਗਿੱਧੇ ਸਕੂਲਾਂ 'ਚ ਵੀ ਪਾਰਟੀਸਪੇਟ ਕਰਦੀ ਹੈ, ਜਿੱਤ ਕੇ ਆਉਂਦੀ ਹੈ। ਅਸੀਂ ਦੇਖਿਆ ਵੀ ਇਹਨੂੰ ਬੱਚੇ ਟੈਲੈਂਟ ਹੈ ਤੇ ਇਹਨੂੰ ਅੱਗੇ ਵਧਾਉਣ ਦਿੰਦੇ। ਅਸੀਂ ਕੋਈ ਬੰਦ ਰੱਖੀ ਆਪਦੇ ਪੈਰਾਂ ਸਿਰ 'ਤੇ ਖੜੀ ਹੋਈ ਹੈ, ਸਾਨੂੰ ਬੜੀ ਖੁਸ਼ੀ ਦੀ ਗੱਲ ਹੈ। ਅਸੀਂ ਇਸ ਤੋਂ ਕਿਸੇ ਪਾਸੇ ਰੋਕਿਆ ਨਹੀਂ ਇਸ ਨੂੰ। ਇਹ ਟੈਲੈਂਟ ਹੈ ਬੱਚੇ ਜੋ ਕਿ ਇਹਨੂੰ ਆਪ ਉਭਾਰਨਾ ਚਾਹੀਦਾ, ਬੱਚੇ ਨੂੰ ਇਸ ਬੰਦ ਨਹੀਂ ਰੱਖਣਾ ਚਾਹੀਦਾ, ਬੱਚੇ ਨੂੰ ਖੁੱਲ੍ਹ ਦੇਣੀ ਚਾਹੀਦੀ, ਟੈਲੈਂਟ ਉਹਨੂੰ ਬਾਹਰ ਆਉਣਾ ਚਾਹੀਦਾ, ਬੱਚੇ ਨੂੰ ਆਪਣੇ ਪੈਰਾਂ ਸਿਰ 'ਤੇ ਖੜਾ ਹੋ ਜਾਏ। ਬਾਈ ਜੀ, ਗੁਰਪ੍ਰੀਤ ਇਸ ਤੋਂ ਬਾਅਦ ਜੇਕਰ ਇਸੇ ਲਾਈਨ ਦੇ ਉੱਤੇ ਕੁਝ ਕਰਨਾ ਚਾਹੁੰਦੀ ਹੋਵੇ ਤਾਂ ਤੁਸੀਂ ਉਸ ਨੂੰ ਕੀ ਸੁਝਾਅ ਦਿਓਗੇ, ਜਾਂ ਹੋਰ ਜਿਹੜੇ ਇਸ ਲਾਈਨ ਦੇ ਉੱਤੇ ਚੱਲਣਾ ਚਾਹੁੰਦੇ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ? ਦੇਖੋ ਜੀ, ਅੱਜ ਕੱਲ੍ਹ ਜਿਵੇਂ ਦੇਖਿਆ ਜਾਵੇ ਵੀ ਹਰ ਇੱਕ ਲਾਈਨ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੋਇਆ ਪਿਆ, ਅਤੇ ਉਸ ਨੂੰ ਮੱਦੇਨਜ਼ਰ ਰੱਖਦਾ ਜੇ ਬੱਚੇ ਨੂੰ ਜਿਹੜੀ ਲਾਈਨ ਦੇ ਵਿੱਚ ਉਹ ਇੰਟਰਸਟ ਹੈਗਾ, ਜੇ ਉਸ ਦੇ ਵਿੱਚ ਹੀ ਉਹਦਾ ਭਵਿੱਖ ਬਣਦਾ ਹੈਗਾ, ਠੀਕ ਹੈ ਨਾ, ਅਤੇ ਇਕੱਲੀ ਨੌਕਰੀ ਨੂੰ ਆਪਾਂ ਨਾ ਸੋਚੀਏ, ਓਵਰਆਲ ਜਰਨਲੀ ਸੋਚੀਏ, ਜੇ ਉਸੇ ਵਿੱਚ ਹੀ ਉਹ ਜਾਣਾ ਚਾਹੁੰਦਾ ਹੈਗਾ ਤਾਂ ਉਸ ਤੋਂ ਵਧੀਆ ਗੱਲ ਬੱਚੇ ਵਾਸਤੇ ਕੋਈ ਵੀ ਨਹੀਂ ਹੋ ਸਕਦੀ ਮੇਰੇ ਖਿਆਲ ਨਾਲ। ਸੋ ਜਿਵੇਂ ਇਹਦਾ ਇੰਟਰਸਟ ਹੈ ਇੱਧਰ ਐਕਟਿੰਗ ਵਾਲੀ ਸਾਈਡ, ਜੇ ਇੱਧਰ ਇਹਨੇ ਜਾਣਾ ਵੀ ਹੈ ਤਾਂ ਇਸ ਤੋਂ ਵਧੀਆ ਇਹਦੇ ਲਈ ਕੋਈ ਗੱਲ ਨਹੀਂ, ਕਿਉਂਕਿ ਨੌਕਰੀ ਤੋਂ ਇਲਾਵਾ, ਇਨਕਮ ਤੋਂ ਇਲਾਵਾ ਇਹ ਖੁਸ਼ ਰਹੂ। ਇਹ ਸੀ ਧੀ ਪੰਜਾਬ ਦੀ ਗੁਰਪ੍ਰੀਤ ਕੌਰ। ਅਸੀਂ ਗੁਰਪ੍ਰੀਤ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ।